ਮੈਂ ਮਨਵੀਰ ਕੌਰ ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਸਵਾਗਤ ਕਰਦੀ ਹਾਂ। ਵੀਕਐਂਡ ਦਾ ਖਾਸ ਪ੍ਰੋਗਰਾਮ ਰਣਜੀਤ ਸਿੰਘ ਕੁਕੀ ਗਿੱਲ ਨਾਲ ਲੈ ਕੇ ਹਾਜ਼ਰ ਹਾਂ ਜੀ। ਸਭ ਤੋਂ ਪਹਿਲਾਂ ਮੈਂ ਸ਼ਾਮਿਲ ਕਰਦੀ ਹਾਂ ਸਰ ਨੂੰ ਆਪਣੇ ਪ੍ਰੋਗਰਾਮ 'ਚ ਔਰ ਫਿਰ ਅੱਜ ਦੇ ਮੁੱਦਿਆਂ ਦੇ ਉੱਤੇ ਗੱਲ ਨੂੰ ਸ਼ੁਰੂ ਕਰਦੇ ਹਾਂ। ਸਰ ਤੁਹਾਡਾ ਬਹੁਤ ਸਵਾਗਤ ਹੈ ਜੀ। Thank you so much, Manvir. It's good to be with you. ਅਡਾਨੀ ਦੇ ਮਸਲੇ ਨੂੰ ਅਡਾਨੀ ਕ੍ਰਾਈਸਿਸ ਕਹੀਏ, ਅਡਾਨੀ ਦੀ ਟਾਰਗੇਟਿੰਗ ਕਹੀਏ ਜਾਂ ਇਹਨੂੰ ਇੱਕ ਅਡਾਨੀ ਦਾ ਐਕਸਪੋਜ਼ੇ ਕਹੀਏ, ਇਹ ਹਜੇ ਤੱਕ ਤੈਅ ਨਹੀਂ ਹੋ ਪਾਇਆ ਜੀ। ਪਰ ਇਹਦੇ ਨਾਲ ਜੁੜੀਆਂ ਹੋਈਆਂ ਖਬਰਾਂ ਜਿਹੜੀਆਂ ਨੇ ਉਹ ਦੋ ਧੁਰਾਂ ਤੋਂ ਆ ਰਹੀਆਂ ਨੇ। ਇੱਕ ਤਾਂ ਆਪਣੇ ਦੇਸ਼ ਦੇ ਵਿੱਚੋਂ ਔਰ ਦੂਸਰੀਆਂ ਵਿਦੇਸ਼ਾਂ ਦੇ ਵਿੱਚੋਂ। ਜਾਰਜ ਸੋਰਸ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ, ਉਹਨਾਂ ਦੇ ਕੁਝ ਕਮੈਂਟ ਨੇ ਸਰ, ਔਰ ਦੇਸ਼ ਦੇ ਵਿੱਚ ਆਪਣੀ ਸੁਪਰੀਮ ਕੋਰਟ ਦੇ ਕੁਝ ਟਰਾਂਸਪੇਰੈਂਸੀ ਨੂੰ ਲੈ ਕੇ, ਲਿਫਾਫਾਬੰਦ ਰਿਪੋਰਟਾਂ ਨਾ ਲੈਣ ਨੂੰ ਲੈ ਕੇ ਉਹਨਾਂ ਨੇ ਜੋ ਪਟੀਸ਼ਨ ਦੀ ਸੁਣਵਾਈ ਦੇ ਵਿੱਚ ਜੋ ਕੇਂਦਰ ਨੂੰ ਕਿਹਾ ਸਰ, ਮੈਂ ਚਾਹੁੰਦੀ ਕਿ ਇੱਕ ਵਾਰੀ ਅਡਾਨੀ ਦਾ ਜੁੜਿਆ ਹੋਇਆ ਮੁੱਦਾ, ਇੱਕ ਉਹ ਵਿਦੇਸ਼ਾਂ ਤੋਂ ਰਿਪੋਰਟ ਨਾਲ ਜੁੜਿਆ ਹੋਇਆ ਮੁੱਦਾ ਜਿਹਦੇ ਨਾਲ ਅਡਾਨੀ ਪਿਛਲੇ 3 ਹਫ਼ਤਿਆਂ ਦੇ ਵਿੱਚੋਂ ਉਹਦਾ ਪੂਰਾ ਐਂਟਰਪ੍ਰਾਈਜ਼ਸ ਚਰਚਾ ਦੇ ਵਿੱਚ ਹੈ। ਮੈਂ ਚਾਹੁੰਦੀ ਕਿ ਪਹਿਲਾਂ ਥੋੜੀ ਜਿਹੀ ਜਾਣਕਾਰੀ ਤੁਸੀਂ ਅਡਾਨੀ ਕ੍ਰਾਈਸਿਸ, ਐਕਸਪੋਜ਼ੇ ਜਾਂ ਟਾਰਗੇਟ ਇਹਦੇ ਤੇ ਦਿਓ ਜੀ। ਅਡਾਨੀ ਦਾ ਜਿਹੜਾ ਕ੍ਰਾਈਸਿਸ ਹੈ ਨਾ, ਗੌਤਮ ਅਡਾਨੀ ਜਿਹੜੀ ਬਹੁਤ ਵੱਡੀਆਂ ਫਰਮਸ ਦੇ ਮਾਲਕ ਨੇ ਤੇ ਦੇ ਹੈਵ ਅ ਲਾਰਜ ਗਰੁੱਪ ਆਫ ਕੰਪਨੀਜ਼। ਤੇ ਇੰਡੀਆ ਦਾ ਜਿਹੜਾ ਇਨਫਰਾਸਟਰਕਚਰ ਹੈਗਾ, ਚਾਹੇ ਉਹ ਪੋਰਟਸ ਨੇ, ਚਾਹੇ ਏਅਰਪੋਰਟਸ ਆ, ਚਾਹੇ ਪਾਵਰ ਜਿਹੜੇ ਹੈਗੇ ਆ ਪਲਾਂਟਸ ਨੇ, ਮਤਲਬ ਕਿ ਗੌਤਮ ਦੀ ਜਿਹੜੀ ਅਡਾਨੀ ਦੀ ਜਿਹੜੀ ਹੈਗੀ ਆ ਇਨਵੋਲਵਮੈਂਟ, ਉਹ ਇੰਡੀਅਨ ਇਕੋਨਮੀ 'ਚ ਬਹੁਤ ਵੱਡੇ ਪੱਧਰ ਤੇ ਆ। ਤੇ ਇਹਦੇ ਨਾਲ ਜਿਹੜਾ ਗੌਤਮ ਅਡਾਨੀ ਦੇ ਕੰਸਰਨਸ ਨੇ, ਜਦ ਦੀ ਹਿਡਨਬਰਗ ਰਿਪੋਰਟ ਆਈ ਆ ਉਦੋਂ ਤੋਂ ਜਿਹੜਾ ਹੈਗਾ ਕਿ ਨੇ ਵਰਲਡ ਵਾਈਡ ਅਟੈਂਸ਼ਨ ਖਿੱਚੀ ਹੈਗੀ ਆ, ਕਿਉਂਕਿ ਇੱਕ ਐਡੇ ਵੱਡੀ ਕੰਪਨੀਜ਼ ਦਾ ਸਲਾਈਡ ਕਰ ਜਾਣਾ ਵਿਦਨ ਆਵਰਸ ਆਫ ਕਮਿੰਗ ਆਫ ਦਾ ਹਿੰਡਨਬਰਗ ਰਿਪੋਰਟ, ਜਿਹੜੀ ਕਿ ਸ਼ਾਰਟ ਸੈਲਰ ਕੰਪਨੀ ਨੇ ਲਾਇਆ, ਕਿਉਂਕਿ ਉਸ ਕੰਪਨੀ ਦਾ ਇਤਿਹਾਸ ਆ ਕਿ ਜਿਸ ਬਾਰੇ ਵੀ ਉਹਨਾਂ ਨੇ ਚਰਚਾ ਛੇੜੀ ਆ, ਉਹ ਕੰਪਨੀਜ਼ ਇਮੀਡੀਏਟਲੀ ਸਲਾਈਡ ਕਰ ਗਈਆਂ ਨੇ। ਤੇ ਉਹਦੇ ਵਿੱਚੋਂ ਪਹਿਲਾ ਨਵਾਂ ਟਾਰਗੇਟ ਗੌਤਮ ਅਡਾਨੀ ਦੀ ਫਰਮਸ ਦਾ ਆਇਆ। ਇਹਦੇ ਨਾਲ ਜਿਹੜੀਆਂ ਇੰਡੀਆ ਦੀਆਂ ਨੇਬਰਿੰਗ ਕੰਟਰੀਜ਼ ਨੇ, ਚਾਹੇ ਸ਼੍ਰੀਲੰਕਾ ਹੈਗਾ, ਚਾਹੇ ਬੰਗਲਾਦੇਸ਼ ਆ, ਇਹਦੇ ਨਾਲ ਵੀ ਅਡਾਨੀ ਦੇ ਕਾਫੀ ਇਨਵੋਲਵਮੈਂਟ ਆ ਬਿਜ਼ਨਸ ਪੱਧਰ ਤੇ। ਉਹਨਾਂ ਤੇ ਵੀ ਉਹਦੇ ਵਿੱਚ ਵੀ ਜਿਹੜੀ ਬਿਜ਼ਨਸ ਦੀਆਂ ਜਿਹੜੀਆਂ ਡੀਲਸ ਹੋਈਆਂ ਨੇ, ਉਹਨਾਂ ਤੇ ਵੀ ਦੁਬਾਰਾ ਗਵਰਨਮੈਂਟਸ ਵੱਲੋਂ ਚਰਚਾ ਛਿੜੀ ਆ ਕਿ ਇਹਨਾਂ ਨੂੰ ਰੀਨਗੋਸ਼ੀਏਟ ਕੀਤਾ ਜਾਵੇ। ਪਹਿਲੇ ਇਹ ਇਨਫਲੇਟਡ ਪ੍ਰਾਈਸਿਸ ਤੇ ਸੀਗੀਆਂ, ਹੁਣ ਇਹਨਾਂ ਨੂੰ ਜਿੰਨੀ ਪ੍ਰਾਈਸ ਹੋਣੀ ਚਾਹੀਦੀ ਆ ਉਹਦੇ ਤੇ ਦੁਬਾਰਾ ਇਹਨੂੰ ਰੀਨਗੋਸ਼ੀਏਟ ਕੀਤਾ ਜਾਵੇ। ਅਡਾਨੀ ਬਾਰੇ ਜਿਹੜੀ ਨਵੀਂ ਹੁਣ ਡਿਵੈਲਪਮੈਂਟ ਹੋਈ ਆ, ਫਰਾਈਡੇ ਨੂੰ ਵੀ ਜਿਹੜੀ ਹੈਗੀ ਆ ਆਪਣੀ ਜਿਹੜੀ ਬੰਬੇ ਦੀ ਸਟਾਕ ਐਕਸਚੇਂਜ ਆ, ਉਹਦੇ ਵਿੱਚ ਵੀ ਸਲਾਈਡ ਆਈ ਆ। ਪਰ ਇਹਦਾ ਮੇਨ ਇੰਪੈਕਟ ਹੁਣ ਮੰਡੇ ਨੂੰ ਪਤਾ ਲੱਗੂਗਾ ਕਿ ਕਿੰਨੇ ਸ਼ੇਅਰਸ ਦੇ ਵਿੱਚ ਸਲਾਈਡ ਆਉਂਦੀ ਆ, ਜਾਂ ਸਟੇਬਲ ਰਹਿੰਦੇ ਆ ਜਾਂ ਵੱਧਦੇ ਨੇ। ਕਿਉਂਕਿ ਵਿਦ ਇਨ ਸਰਟਨ ਡੇਜ਼ ਅਡਾਨੀ ਨੇ ਕਾਫੀ ਆਪਣੇ ਹੱਦ ਤੱਕ ਆਪਣੇ ਸ਼ੇਅਰ ਸਟੇਬਲ ਕਰ ਲਏ ਸੀ। ਪਰ ਫਿਰ ਜਦੋਂ ਹੁਣ ਜਾਰਜ ਸੋਰੋਸ ਨਾਂ ਦਾ ਇੱਕ ਕਰੰਸੀ ਟ੍ਰੇਡਰ ਆ ਦੁਨੀਆ ਦੇ ਵਿੱਚ, ਉਹਦਾ ਇੱਕ ਆਪਣੇ ਆਪ ਦੇ ਵਿੱਚ ਇੱਕ ਆਪਣਾ ਯੂਨੀਕ ਪਲੇਸ ਆ। ਉਹ ਹੰਗੇਰੀਅਨ ਡਿਸੈਂਟ ਦਾ ਹੈਗਾ, ਯਹੂਦੀ ਆ। ਜਦੋਂ ਉੱਥੇ ਨਾਜ਼ੀਜ਼ ਦਾ ਬੋਲਬਾਲਾ ਸੀਗਾ ਵਰਲਡ ਵਾਰ ਸੈਕੰਡ ਵੇਲੇ, ਉਦੋਂ ਉਹ ਮਾਈਗ੍ਰੇਟ ਕਰ ਗਿਆ ਸੀ ਇੰਗਲੈਂਡ ਦੇ ਵਿੱਚ। ਉੱਥੇ ਉਹਨੇ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਕੀਤੀ ਹੈਗੀ ਆ। ਤੇ ਪਹਿਲੇ ਉਹ ਕੁਛ ਚਿਰ ਬੈਂਕ ਆਫ ਇੰਗਲੈਂਡ ਦੇ ਵਿੱਚ ਵੀ ਕੰਮ ਕਰਦਾ ਰਿਹਾ। ਉਸ ਤੋਂ ਬਾਅਦ ਉਹ ਨਿਊਯਾਰਕ ਦੇ ਵਿੱਚ ਮੂਵ ਕਰ ਗਿਆ ਸੀ। ਹੁਣ ਇਸ ਟਾਈਮ ਤੇ ਉਹ US ਦਾ ਸਿਟੀਜ਼ਨ ਆ ਤੇ ਉਹ ਬਿਲੀਅਨਰ ਹੈਗਾ। ਤੇ ਉਹਨੇ ਸਾਰਾ ਪੈਸਾ ਆਪਣਾ ਕਰੰਸੀ ਟ੍ਰੇਡਿੰਗ 'ਚ ਕਮਾਇਆ ਹੈਗਾ। ਉਹਨੇ ਇੱਕ ਸੰਸਥਾ ਬਣਾਈ ਹੋਈ ਆ ਓਪਨ ਸੁਸਾਇਟੀ। ਉਸ ਸੰਸਥਾ ਦਾ ਮਕਸਦ ਹੈਗਾ, ਉਹ 70 ਕੰਟਰੀਜ਼ ਦੇ ਵਿੱਚ ਬੇਸਡ ਆ ਜਿਹੜੀ ਓਪਨ ਸੁਸਾਇਟੀ, ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ। ਉਹਦਾ ਮਕਸਦ ਹੈਗਾ ਕਿ ਦੁਨੀਆ 'ਚ ਜਿਹੜੇ ਵੀ ਮੁਲਕਾਂ ਦੇ ਵਿੱਚ ਡੈਮੋਕ੍ਰੇਸੀ ਸਲਾਈਡ ਕਰ ਰਹੀ ਆ ਜਾਂ ਉਹਦਾ ਗ੍ਰਾਫ ਡਿੱਗ ਰਿਹਾ ਹੈਗਾ, ਅਥੋਰੀਟੇਰੀਅਨਿਜ਼ਮ ਵੱਧ ਰਹੀ ਹੈਗੀ ਆ, ਉਹਨਾਂ ਤੇ ਉਹ ਹਮੇਸ਼ਾ ਕਿਸੇ ਨਾ ਕਿਸੇ ਢੰਗ ਨਾਲ ਉਹਦੇ 'ਚ ਇੰਟਰਵੀਨ ਕਰਦਾ ਹੈਗਾ ਤੇ ਉੱਥੇ ਲੋਕਾਂ ਦਾ ਕੌਨਫੀਡੈਂਸ ਜਿੱਤਦਾ ਹੈਗਾ। ਉਹਦੇ ਤੇ ਇਹ ਵੀ ਲੱਗਦਾ ਹੈਗਾ ਕਿ ਇਹਦੀਆਂ ਕਰੰਸੀ ਟ੍ਰੇਡਿੰਗਸ ਕਰਕੇ ਇੱਕ ਵਾਰ ਬੈਂਕ ਆਫ ਇੰਗਲੈਂਡ ਨੂੰ ਵੀ ਬੜਾ ਵੱਡਾ ਝਟਕਾ ਲੱਗਿਆ ਸੀਗਾ ਇਨ ਨੈਗੇਟਿਵ ਸੈਂਸ। ਪਰ ਉਹਦੇ ਵਿੱਚ ਇਹ ਆਪਣੇ ਪੈਸੇ ਹੋਰ ਵਧਾ ਗਿਆ ਸੀਗਾ। ਇਸੇ ਤਰ੍ਹਾਂ ਮਲੇਸ਼ੀਆ ਦੀ ਬੈਂਕਿੰਗ ਵਿੱਚ ਵੀ ਇਹਦੇ ਨਾਲ ਜੁੜਿਆ ਹੋਇਆ ਇਹਦਾ ਬਿਜ਼ਨਸ ਕੰਸਰਨ,
ਕਿਉਂਕਿ ਇਹ ਦੁਨੀਆ 'ਚ ਜਿਵੇਂ ਡਾਲਰ ਡਿਕਲਾਈਨ ਕਰਦਾ ਤਾਂ ਡਾਲਰ ਖਰੀਦ ਲੈਂਦਾ, ਫਿਰ ਜਦੋਂ ਵੱਧਦਾ ਤਾਂ ਇਸ ਤਰ੍ਹਾਂ ਦੀ ਕਰੰਸੀ ਟ੍ਰੇਡਿੰਗ ਕਰਦਾ ਹੈਗਾ। ਤੇ ਬੜਾ ਨੋਨ ਫਿਲੈਂਥਰੋਪਿਸਟ ਹੈਗਾ ਇਹ, ਕਾਫੀ ਜਿਹੜੇ ਏਡ ਦੇ ਕੰਮ ਵੀ ਕਰਦਾ ਰਹਿੰਦਾ ਹੈਗਾ। ਇਹਦੀ ਡੈਮੋਕ੍ਰੈਟਿਕ ਪਾਰਟੀ ਜਿਹੜੀ US ਦੀ ਆ ਉਹਦੇ ਨਾਲ ਇਹਦੀ ਬਹੁਤ ਨੇੜਤਾ ਹੈਗੀ ਆ। ਜਦੋਂ ਬਰਾਕ ਓਬਾਮਾ ਦੀ ਗਵਰਨਮੈਂਟ ਆਈ ਸੀ, ਜਦੋਂ ਪ੍ਰੈਜ਼ੀਡੈਂਟ ਬਣੇ ਨੇ, ਤਾਂ ਉਹਨਾਂ ਦੀ ਕੰਪੇਨ ਵਿੱਚ ਵੀ ਇਹਨੇ ਕਾਫੀ ਪੈਸੇ ਲਾਏ ਸੀ। ਇਸੇ ਤਰ੍ਹਾਂ ਹੁਣ ਜੋ ਬਾਈਡਨ ਜਿਹੜੇ ਪ੍ਰੈਜ਼ੀਡੈਂਟ ਨੇ US ਦੇ, ਉਹਨਾਂ ਦੇ ਵਿੱਚ ਵੀ ਇਹਦਾ ਕਾਫੀ ਨੇੜਤਾ ਹੈਗੀ ਆ ਤੇ ਇਹਨਾਂ ਨੇ ਉਹਨਾਂ ਦੀ ਕੰਪੇਨ ਵਿੱਚ ਵੀ ਆਪਣੇ ਵੱਲੋਂ ਫੰਡਿੰਗ ਕੀਤੀ ਸੀਗੀ। ਇਹ ਡੋਨਲਡ ਟਰੰਪ ਜਿਹੜੇ ਪ੍ਰੈਜ਼ੀਡੈਂਟ ਰਹੇ ਆ USA ਦੇ, ਉਹਨਾਂ ਦੇ ਇਹ ਕੱਟੜ ਵਿਰੋਧੀ ਰਹੇ ਹੈਗੇ ਆ ਤੇ ਅੱਜ ਵੀ ਵਿਰੋਧੀ ਨੇ। ਇਸ ਕਰਕੇ ਜਦੋਂ ਹੁਣ ਇੰਡੀਆ ਦਾ ਅਡਾਨੀ ਕ੍ਰਾਈਸਿਸ ਉੱਠਿਆ ਹੈਗਾ ਤਾਂ ਇਹਦੇ ਬਾਰੇ ਉਹਨਾਂ ਨੇ ਅਪੀਲ ਕੀਤੀ ਇੰਡੀਆ ਦੇ ਵਿੱਚ ਕਿ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਨੂੰ ਰਿਵਾਈਵਲ ਦੀ ਲੋੜ ਆ, ਕਿ ਇੱਥੇ ਡੈਮੋਕ੍ਰੇਸੀ ਸਲਾਈਡ ਕਰ ਰਹੀ ਆ। ਤੇ ਉਹਨੇ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਆ ਇੰਡੀਆ ਬਾਰੇ, ਤੇ ਜਿਹੜੀਆਂ ਸਟਾਕ ਮੈਨੂਪੂਲੇਸ਼ਨਸ ਕੀਤੀਆਂ ਨੇ ਅਡਾਨੀ ਕੰਸਰਨਸ ਨੇ, ਉਸ ਦੇ ਖਿਲਾਫ ਜਿਹੜਾ ਇੰਡੀਆ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਰੂਲਿੰਗ ਪਾਰਟੀ ਹੈ ਇੰਡੀਆ 'ਚ, ਉਹਨਾਂ ਦੇ ਇੱਕ ਮਿਨਿਸਟਰ ਵੱਲੋਂ, ਸਮ੍ਰਿਤੀ ਇਰਾਨੀ ਵੱਲੋਂ ਕੱਲ ਪ੍ਰੈਸ ਕਾਨਫਰੰਸ ਕਰਕੇ ਬੜੀ ਹਾਰਡ ਹਿਟਿੰਗ ਉਹਦੇ ਖਿਲਾਫ ਸਟੇਟਮੈਂਟਸ ਦਿੱਤੀਆਂ ਗਈਆਂ ਨੇ ਤੇ ਉਹਨੂੰ ਇੱਕ ਤਰ੍ਹਾਂ ਨਾਲ ਵਾਰਨ ਕੀਤਾ ਕਿ ਇਹ ਇੰਡੀਆ ਦੀ ਸੋਵਰਨਟੀ ਦੇ ਨਾਲ ਇਹ ਖੇਡ ਰਿਹਾ ਹੈਗਾ ਤੇ ਇਸ ਲਈ ਇਹਨੂੰ ਸਾਡੇ ਦੇਸ਼ ਦੇ ਵਿੱਚ ਦਖਲ ਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਹੈਗਾ। ਪਰ ਉਹਨੇ ਆਪਣੀ ਜੋ ਅਪੀਲ ਕੀਤੀ ਆ ਥਰੂ ਓਪਨ ਸੁਸਾਇਟੀ, ਜਿਹੜੀ ਉਹਦੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨੇ ਆਪਣਾ ਉਸ ਕਰਤੱਵ ਦੇ ਰਾਹੀਂ ਇੰਡੀਆ ਦੇ ਵਿੱਚ ਅਪੀਲ ਕੀਤੀ ਆ ਲੋਕਾਂ ਨੂੰ। ਖਾਸ ਕਰਕੇ ਉਹਨੇ ਆਪੋਜੀਸ਼ਨ ਪਾਰਟੀਜ਼ ਨੂੰ ਕਿਹਾ ਕਿ ਤੁਸੀਂ ਇਕਜੁੱਟ ਹੋ ਕੇ ਜਿਹੜੀ ਇਹ ਬੈਂਡ ਵੈਗਨ ਹੈਗੀ ਆ ਮਿਸਟਰ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਦੀ, ਇਹਨੂੰ ਕਿਸੇ ਤਰ੍ਹਾਂ ਵੀ ਚੈਲੰਜ ਕੀਤਾ ਜਾਵੇ ਤਾਂ ਕਿ ਇੰਡੀਆ ਦੇ ਵਿੱਚ ਜਿਹੜਾ ਡਿਕਲਾਈਨਿੰਗ ਗ੍ਰਾਫ ਹੈ ਡੈਮੋਕ੍ਰੇਸੀ ਦਾ, ਉਹ ਪਹਿਲੇ ਹੀ ਅਕੋਰਡਿੰਗ ਟੂ ਵਰਲਡ ਜਿਹੜੇ ਇੰਡੈਕਸਿਸ ਨੇ ਉਹਦੇ ਵਿੱਚ ਇੰਡੀਆ ਨੂੰ ਡੈਮੋਕ੍ਰੇਸੀ ਨੂੰ ਸਟੇਟਸ ਜੋ ਦਿੱਤਾ ਗਿਆ ਇਸ ਟਾਈਮ ਤੇ ਉਹ ਫਲॉड ਡੈਮੋਕ੍ਰੇਸੀ ਦਾ ਦਿੱਤਾ ਗਿਆ। ਇਸੇ ਤਰ੍ਹਾਂ ਫਰੀडम ਇੰਡੈਕਸ ਦੇ ਵਿੱਚ ਵੀ ਇੰਡੀਆ ਲਗਾਤਾਰ ਉਹਦਾ ਜਿਹੜਾ ਗ੍ਰਾਫ ਆ ਉਹ ਸਲਾਈਡ ਕਰ ਰਿਹਾ ਹੈਗਾ। ਸਟਾਰਟਿੰਗ ਫਰੋਮ 2014 10 ਮਤਲਬ ਕਿ ਪੁਆਇੰਟਸ ਜਿਹੜਾ ਹੈਗਾ ਇੰਡੀਆ ਦੀ ਜਿਹੜੀ ਪ੍ਰੈਸ ਇੰਡੈਕਸ ਹੈਗਾ ਫਰੀडम ਦਾ, ਉਹ ਸਲਾਈਡ ਕਰ ਗਿਆ ਹੈਗਾ ਜਦ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪਾਵਰ 'ਚ ਆਏ ਨੇ। ਸੋ ਇਸ ਕਰਕੇ ਜਿਹੜੀ ਕੱਲ ਭਾਰਤੀ ਜਨਤਾ ਪਾਰਟੀ ਦੀ ਮੇਨ ਮਿਨਿਸਟਰ ਨੇ ਕੱਲ ਜੋ ਸਟੇਟਮੈਂਟਸ ਦਿੱਤੀ ਹੈਗੀ, ਉਹਦੇ ਵਿੱਚ ਇੰਡੀਆ ਦੀ ਘਬਰਾਹਟ ਮਤਲਬ ਕਿ ਉਹਦੇ 'ਚ ਦਿਖਾਈ ਦੇ ਰਹੀ ਆ। ਕਿਉਂਕਿ ਇਸੇ ਤਰ੍ਹਾਂ ਸੁਬਰਾਮਨਿਅਮ ਸਵਾਮੀ ਜਿਹੜੇ ਕਿ ਬੜੇ ਨੋਟਡ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਨੇ ਇਸ ਟਾਈਮ ਤੇ, ਫਾਰਮਰ ਉਹ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਨੇ, ਉਹਨਾਂ ਨੇ ਵੀ ਆਪਣੀ ਇੱਕ ਪ੍ਰੈਸ ਟਰਸਟ ਆਫ ਇੰਡੀਆ ਦੇ ਨਾਲ ਜਿਹੜੀ ਰੀਸੈਂਟ ਇੰਟਰਵਿਊ ਆਈ ਆ ਉਹਦੇ 'ਚ ਉਹਨਾਂ ਨੇ ਅਡਾਨੀ ਕੰਸਰਨਸ ਨੂੰ ਲੈ ਕੇ ਅਪੀਲ ਕੀਤੀ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਕਿ ਤੁਸੀਂ ਜਿਹੜੀ ਆ ਅਡਾਨੀ ਕੰਪਨੀਜ਼ ਨੇ ਇਹਨਾਂ ਨੂੰ ਨੈਸ਼ਨਲਾਈਜ਼ ਕਰ ਦਿਓ ਤੇ ਇਹਦੇ ਜਿਹੜੇ ਜਿੰਨਾ ਉਹਦੇ 'ਚ ਸਰਮਾਇਆ ਹੈਗਾ ਉਹਨੂੰ ਨੈਸ਼ਨਲਾਈਜ਼ ਕਰਕੇ ਉਹਨੂੰ ਵੇਚ ਦਿੱਤਾ ਜਾਵੇ ਤਾਂ ਕਿ ਜਿਹੜਾ ਉਹਦੇ 'ਚੋਂ ਫੰਡ ਜਨਰੇਟ ਹੋਵੇ ਉਹਦੇ ਰਾਹੀਂ ਜਿਹੜਾ ਲੋਕਾਂ ਦੀ ਇਹਦੇ ਕੰਪਨੀਜ਼ ਦੇ ਵਿੱਚ ਇਨਵੈਸਟਮੈਂਟ ਆ ਆਮ ਲੋਕਾਂ ਦੀ, ਉਹਨਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣ। ਹੁਣ ਇਹਦਾ ਹਜੇ ਕੋਈ ਪ੍ਰਤੀਕਰਮ ਭਾਰਤੀ ਜਨਤਾ ਪਾਰਟੀ ਵੱਲੋਂ ਨਹੀਂ ਆਇਆ, ਪਰ ਜਾਰਜ ਸੋਰੋਸ ਜਿਹੜਾ ਹੈਗਾ ਉਹ ਬਾਰ-ਬਾਰ ਹੁਣ ਸੀਨ ਤੇ ਆ ਕੇ ਇੰਡੀਆ ਦੀ ਡੈਮੋਕ੍ਰੇਸੀ ਰਿਵਾਈਵਲ ਬਾਰੇ ਗੱਲ ਕਰ ਰਿਹਾ। ਜੀ ਸਰ, ਇੱਕ ਪੱਖ ਜਿਹੜਾ ਦਿੱਤਾ ਜਾ ਰਿਹਾ ਆ ਬੀਜੇਪੀ ਵੱਲੋਂ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਵਿਦੇਸ਼ੀ ਹਮਲਾ ਆ ਔਰ ਇਦਾਂ ਦੇ ਹਮਲੇ ਪਹਿਲਾਂ ਵੀ ਹੋਏ ਨੇ। ਮੈਂ ਚਾਹੁੰਦੀ ਕਿ ਇਸ ਪੱਖ ਤੋਂ ਵੀ ਇੱਕ ਵਾਰੀ ਦੇਖਿਆ ਜਾਵੇ, ਕਿਉਂਕਿ ਇਸ ਚੀਜ਼ ਨੂੰ ਵੀ ਮੱਦੇਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਆਪਾਂ ਅਮਰੀਕਾ ਔਰ ਚਾਈਨਾ ਦੀ ਆਪਸ ਦੇ ਵਿੱਚ ਇੱਕ ਕੋਲਡ ਵਾਰ ਜੀ ਦੇਖਦੇ ਹਾਂ ਤਾਂ ਉਹਦੇ ਵਿੱਚ ਅਮਰੀਕਾ ਚਾਈਨਾ ਦੀ ਕੰਪਨੀ ਨੂੰ ਟਾਰਗੇਟ ਕਰਦਾ ਹੈ। ਇਹ ਡੋਨਾਲਡ ਟਰੰਪ ਦੇ ਵੇਲੇ ਦੀ ਗੱਲ ਹੈ ਸਰ। ਇਸੇ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਵੀ ਜਦੋਂ ਆਪਾਂ ਡਾਬਰ ਦੀ ਐਗਜ਼ਾਮਪਲ ਲੈ ਸਕਦੇ ਹਾਂ, ਬੰਗਲਾਦੇਸ਼ ਦੇ ਵਿੱਚ, ਹੋਰ ਵੀ ਸ਼੍ਰੀਲੰਕਾ ਦੇ ਵਿੱਚ ਇਸ ਤੋਂ ਪਹਿਲਾਂ ਅਡਾਨੀ ਗਰੁੱਪ ਨੂੰ ਹੀ ਟਾਰਗੇਟ ਕੀਤਾ ਗਿਆ ਸੀ। ਸੋ ਇਹ ਜਦੋਂ ਇਹਦੇ ਵਿੱਚ ਵੀ ਕੋਈ ਜੀਓਪੋਲਿਟੀਕਲ ਸਾਜ਼ਿਸ਼ ਜਾਂ ਕੁਛ ਏਦਾਂ ਦੀ ਚੀਜ਼ ਤੋਂ ਵੀ ਅਗਰ ਆਪਾਂ ਵਿੱਚ ਲੈ ਕੇ ਗੱਲ ਕਰੀਏ ਸਰ? ਨਹੀਂ, ਡੈਫੀਨੇਟਲੀ ਜਿਹੜਾ ਅਡਾਨੀ ਦੇ ਕੰਸਰਨਸ ਕਿੰਨੀਆਂ ਕੰਟਰੀਜ਼ ਨੇ, ਉਹਦੇ 38 ਤਾਂ ਆਫਸ਼ੋਰ ਜਿਹੜੇ ਹੈਗੇ ਅਕਾਊਂਟਸ ਨੇ। ਅੱਗੇ ਇੰਡੀਆ ਦੇ ਵਿੱਚ ਜਿਹੜੀ ਇਹਨਾਂ ਦੀ ਇਨਫੋਰਸਮੈਂਟ ਡਾਇਰੈਕਟਰੇਟ ਹੈਗੀ ਆ
ਉਹਨਾਂ ਨੇ ਕਈ ਕੰਪਨੀਆਂ ਨੂੰ ਚਾਰਜ ਕੀਤਾ ਜਿਨ੍ਹਾਂ ਨੇ ਵੀ ਇੰਡੀਆ 'ਚ ਇਨਵੈਸਟਮੈਂਟ ਕੀਤੀ ਆ ਥਰੂ ਆਫਸ਼ੋਰ ਅਕਾਊਂਟਸ। ਉਹ ਪਰ ਅਡਾਨੀ ਦੇ ਮਤਲਬ ਕਿ ਇਸ ਦੇ ਮਤਲਬ ਕਿ ਜਦੋਂ ਇਹਦਾ ਇਸ਼ੂ ਉੱਠਿਆ ਸਬਜੈਕਟ, ਤਾਂ ਇਹਦੇ ਵਿੱਚ ਕਿਸੇ ਤਰ੍ਹਾਂ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੋਈ ਆਪਣੇ ਵੱਲੋਂ ਰੁਚੀ ਨਹੀਂ ਦਿਖਾਈ। ਸੋ ਇਸ ਕਰਕੇ ਜਿਹੜੇ ਇਹਨਾਂ ਦੇ ਅੱਡ ਕੰਟਰੀਜ਼, ਈਵਨ ਆਸਟ੍ਰੇਲੀਆ ਦੇ ਵਿੱਚ ਇਹਨਾਂ ਦੀ ਜਿਹੜੀ ਕੋਲ ਦਾ ਉੱਥੇ ਇਹਨਾਂ ਨੇ ਮਾਈਨਸ ਲਈਆਂ ਨੇ, ਉਹਦੇ ਬਾਰੇ ਵੀ ਆਸਟ੍ਰੇਲੀਅਨ ਜਿਹੜੇ ਲੋਕੀ ਨੇ ਉਹਨਾਂ ਨੇ ਕਾਫੀ ਉਹਦਾ ਵਿਰੋਧ ਕੀਤਾ ਹੈਗਾ, ਕਿਉਂਕਿ ਉਹਦੇ ਨਾਲ ਉਹਨਾਂ ਨੇ ਚਿੰਤਾ ਜਤਾਈ ਹੈ ਕਿ ਇਹ এনवायरमेंटल ਡੀਗ੍ਰੇਡੇਸ਼ਨ ਕਰ ਰਿਹਾ ਹੈਗਾ ਥਰੂ ਮਾਈਨਿੰਗ ਇਨ ਆਸਟ੍ਰੇਲੀਆ। ਉਹ ਇਹਨਾਂ ਨੇ ਬਹੁਤ ਵੱਡਾ ਇਹਦੇ ਕੋਲ ਕੰਟਰੈਕਟ ਹੈਗਾ, ਤੇ ਉਹਦੇ 'ਚ ਇਹ ਵੀ ਆ ਰਿਹਾ ਕਿ ਉਸ ਕੰਟਰੈਕਟ ਨੂੰ ਦਿਵਾਉਣ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਉਹਦੇ ਵਿੱਚ ਕੋਈ ਨਾ ਕੋਈ ਰੋਲ ਆ। ਤੇ ਉਹ ਜਿਹੜਾ ਕੰਟਰੈਕਟ ਆ ਕਾਫੀ ਚਿਰ ਤੋਂ ਬੰਦ ਰਿਹਾ, ਹਜੇ ਵੀ ਉਹ ਵਿਵਾਦਾਂ ਦੇ ਘੇਰੇ ਵਿੱਚ ਆ ਜਿਹੜਾ ਇਹਦਾ ਆਸਟ੍ਰੇਲੀਆ ਦੇ ਵਿੱਚ ਕੰਸਰਨਸ ਨੇ। ਇਸੇ ਤਰ੍ਹਾਂ ਇਹਦੇ ਹੋਰ ਵੀ ਬਹੁਤ ਕੰਟਰੀਜ਼ ਦੇ ਵਿੱਚ ਇਹਨੇ ਆਪਣੇ ਇਨਵੈਸਟਮੈਂਟਸ ਕੀਤੀਆਂ ਹੋਈਆਂ ਨੇ, ਜਿਹੜੀਆਂ ਕਿ ਹੁਣ ਇਹਦੇ ਸਟਾਕ ਮੈਨੀਪੂਲੇਸ਼ਨ ਦੇ ਇਹਦੇ ਤੇ ਦੋਸ਼ ਲੱਗਣ ਕਰਕੇ ਉਹ ਸਾਰੀਆਂ ਜਿਹੜੀਆਂ ਹੈਗੀਆਂ ਇਨਵੈਸਟਮੈਂਟਸ ਉਹ ਹੁਣ ਵਿਵਾਦਾਂ ਦੇ ਘੇਰੇ ਵਿੱਚ ਨੇ। ਜੀ, ਜਾਰਜ ਸੋਰੋਸ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਯੂਕਰੇਨ ਰਸ਼ੀਆ ਵਾਰ ਦੇ ਦੌਰਾਨ ਜਿਹੜੀ ਇਹ ਚੀਜ਼ ਮਤਲਬ ਉਹਦੇ ਤੋਂ ਪ੍ਰਭਾਵਿਤ ਹੋ ਕੇ ਜਿਹੜੀ ਉਹਨਾਂ ਗੱਲ ਕਹੀ ਕਿ ਇੰਡੀਆ ਰਸ਼ੀਆ ਤੋਂ ਤੇਲ ਖਰੀਦ ਰਿਹਾ ਹੈ। ਸੋ ਸਰ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਐਵੇਂ ਲੱਗਦਾ ਕਿ ਇਹ ਜੋ ਇੰਪੈਕਟ ਪੈ ਰਿਹਾ ਇੱਕ ਤਰ੍ਹਾਂ ਦੇ ਨਾਲ ਆਪਣੇ ਉੱਪਰ ਔਰ ਰਾਦਰ ਬਾਕੀ ਦੇਸ਼ਾਂ ਦੇ ਉੱਤੇ ਵੀ ਯੂਕਰੇਨ ਰਸ਼ੀਆ ਵਾਰ ਦਾ ਅਸਰ ਹੋ ਰਿਹਾ ਹੈ। ਅਮਰੀਕਾ, ਨੇਟੋ ਐਂਡ ਇਹ ਸਾਰੀਆਂ ਯੂਰੋਪੀਅਨ ਕੰਟਰੀਜ਼ ਇੱਕ ਤਰ੍ਹਾਂ ਦੇ ਨਾਲ ਨਹੀਂ ਚਾਹੁੰਦੇ ਹੈਗੇ ਕਿ ਇੰਡੀਆ ਰਸ਼ੀਆ ਦੇ ਨਾਲ ਕੋਈ ਆਪਣਾ ਤੇਲ ਖਰੀਦੇ ਜਿਹੜਾ ਕਿ ਬਹੁਤ ਸਸਤੇ ਮੁੱਲ ਤੇ ਮਿਲਦਾ ਪਿਆ ਸੀ। ਕਿਵੇਂ ਲਓਗੇ ਸਰ ਇਹਨੂੰ ਵਿੱਚ? ਜਿਹੜਾ ਇੰਡੀਆ ਨੂੰ ਨਾ ਉਹਨਾਂ ਨੇ ਛੋਟ ਦਿੱਤੀ ਹੈ ਵੈਸਟਰਨ ਵਰਲਡ ਨੇ ਕਿ ਤੁਸੀਂ ਉੱਥੋਂ ਦਾ ਤੇਲ ਲੈ ਸਕਦੇ। ਇੰਡੀਆ ਇਨਫੈਕਟ ਯੂਕਰੇਨ ਰਸ਼ੀਆ ਵਾਰ ਦੇ ਵਿੱਚ ਇੱਕ ਬੈਨੀਫਿਸ਼ਰੀ ਵਾਂਗੂ ਉੱਭਰਿਆ ਹੈਗਾ, ਕਿਉਂਕਿ ਇਹਨਾਂ ਨੂੰ ਸਸਤੇ ਭਾਅ ਤੇ ਰਸ਼ੀਆ ਤੋਂ ਆਇਲ ਮਿਲ ਰਿਹਾ ਹੈਗਾ, ਕਿਉਂਕਿ ਰਸ਼ੀਆ ਅੰਡਰ ਸਵੇਅਰ ਇਕਨੋਮਿਕ ਸੈਂਕਸ਼ਨਸ ਆ ਵੈਸਟਰਨ ਵਰਲਡ ਵੱਲੋਂ। ਉਸ ਕਰਕੇ ਉਹਦੀ ਇਕਨੋਮੀ ਤੇ ਬਹੁਤ ਵੱਡਾ ਇੰਪੈਕਟ ਪਿਆ। ਪਰ ਉਹਨਾਂ ਨੂੰ ਵੀ ਇੱਕ ਲੂਪ ਹੋਲ ਮਿਲਿਆ ਹੈਗਾ ਜਿਹੜੀਆਂ ਵੈਸਟਰਨ ਸੈਂਕਸ਼ਨਸ ਦੇ ਵਿੱਚੋਂ ਕਿ ਇੰਡੀਆ ਨੂੰ ਉਹ ਸਸਤੇ ਭਾਅ ਤੇ ਅੱਜ ਵੀ ਤੇਲ ਜਿਹੜਾ ਇੰਡੀਆ ਤੇ ਬਹੁਤੇ ਆ ਰਿਹਾ, ਬਹੁਤਾ ਤੇਲ ਉਹ ਰਸ਼ੀਅਨ ਆਇਲ ਆ ਰਿਹਾ। ਸੋ ਇਸ ਕਰਕੇ ਇਹ ਚੀਜ਼ਾਂ ਦੇ ਵਿੱਚ ਇੰਡੀਆ ਬੈਨੀਫਿਸ਼ਰੀ ਰਿਹਾ। ਜਦੋਂ ਵੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਕੋਈ ਇਹ ਇਸ਼ੂ ਉੱਠਿਆ ਹੈਗਾ ਯੂਕਰੇਨ ਰਸ਼ੀਆ ਵਾਰ ਦਾ, ਤਾਂ ਇੰਡੀਆ ਨੇ ਜਾਂ ਤਾਂ ਆਪਣੇ ਆਪ ਨੂੰ ਐਬਸਟੇਨ ਕਰ ਲਿਆ ਹੈਗਾ ਜਾਂ ਉਹਦੇ ਵਿੱਚ ਇੰਡੀਆ ਸਾਇਲੈਂਟ ਰਿਹਾ ਹੈਗਾ। ਜੀ ਸਰ, ਕੌਮਾਂਤਰੀ ਪੱਧਰ ਦੇ ਉੱਤੇ ਹੀ ਆਪਾਂ ਗੱਲ ਨੂੰ ਥੋੜਾ ਜਿਹਾ ਕੰਟੀਨਿਊ ਕਰਦੇ ਹਾਂ ਜੀ। ਇੱਕ ਤਾਂ ਹੋਰ ਇੰਡੀਆ ਦੇ ਨਾਲ ਔਰ ਈਰਾਨ ਦੇ ਨਾਲ ਕੰਸਰਨਡ ਖਬਰ ਹੈ। ਈਰਾਨ ਦੇ ਵਿੱਚ ਜੋ ਔਰਤਾਂ ਦਾ ਸੰਘਰਸ਼ ਚੱਲਦਾ ਉਹਦੇ ਤੇ ਤੁਸੀਂ ਬਹੁਤ ਵਾਰੀ ਸਰ ਜਾਣਕਾਰੀ ਦਿੱਤੀ ਹੈ ਔਰ ਹਜੇ ਵੀ ਆਪਾਂ ਕਨੈਕਟਡ ਰਹਿੰਦੇ ਹਾਂ ਉਹਦੇ ਨਾਲ। ਭਾਰਤ ਨੇ ਈਰਾਨ ਦੇ ਵਿਰੁੱਧ ਵੋਟ ਕਰਨ ਤੋਂ ਵੀ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਪਿਛਾਂਹ ਰੱਖ ਲਿਆ ਸੀ। ਰਾਈਸੀਨਾ ਡਾਇਲੋਗ ਨਾਮ ਦੀ ਇੱਕ ਸੰਸਥਾ ਹੈ ਜੀ, ਜਿਹੜੀ ਇੱਕ ਆਪਾਂ ਐਨਜੀਓ ਕਹਿ ਸਕਦੇ ਹਾਂ, ਜਿਹੜੀ ਐਕਸਟਰਨਲ ਅਫੇਅਰ ਮਿਨਿਸਟਰੀ ਦੇ ਨਾਲ ਜੁੜ ਕੇ ਇੱਕ ਤਰ੍ਹਾਂ ਦੇ ਨਾਲ ਜੀਓ ਪੋਲਿਟਿਕਸ ਦੇ ਉੱਤੇ ਜਾਂ ਜੀਓ ਇਕਨੋਮਿਕਸ ਦੇ ਉੱਤੇ ਆਪਣੀ ਇੱਕ ਸਾਲਾਨਾ ਕਾਨਫਰੰਸ ਜਿਹੜੀ ਅਰੇਂਜ ਕਰਦੀ ਹੈ ਸਰ। ਉਹਦੇ ਵਿੱਚ ਬੜੇ ਆਲਮੋਸਟ ਹਰ ਦੇਸ਼ ਦੇ ਹੀ ਲੋਕ ਆਪਾਂ ਕਹਿ ਸਕਦੇ ਹਾਂ ਕਿ ਮਿਨਿਸਟਰ ਜਿਹੜੇ ਨੇ ਉਹ ਆਉਂਦੇ ਨੇ। ਈਰਾਨ ਦੇ ਫੋਰਨ ਮਿਨਿਸਟਰ ਨੇ ਆਉਣ ਤੋਂ ਮਨਾ ਕਰ ਦਿੱਤਾ ਜੀ। ਏਦਾਂ ਦਾ ਕੀ ਵਾਪਰਿਆ? ਕਿਸ ਚੀਜ਼ ਦੀ ਨਾਰਾਜ਼ਗੀ ਹੋਈ ਕਿ ਉਹ ਕਹਿੰਦੇ ਜੀ ਅਸੀਂ ਰਾਈਸੀਨਾ ਡਾਇਲੋਗ ਦੇ ਵਿੱਚ ਜੋ ਨਿਊ ਦਿੱਲੀ 'ਚ ਹੋਣ ਵਾਲਾ ਉੱਥੇ ਨਹੀਂ ਜਾਵਾਂਗੇ? ਸੇਨਾ ਡਾਇਲੋਗ ਜਿਹੜੀ ਇੱਕ ਨਾਨ ਪ੍ਰੋਫਿਟ ਐਨਜੀਓ ਹੈਗੀ, ਉਹ ਹਰ ਸਾਲ ਐਨੂਅਲੀ ਇੱਕ ਮਤਲਬ ਕਿ ਕਾਨਫਰੰਸ ਟਾਈਪ ਡਾਇਲੋਗ ਕਰਦੇ ਹੈਗੇ, ਜਿਹਦੇ 'ਚ ਵਰਲਡ ਲੀਡਰਸ, ਫੋਰਨ ਮਿਨਿਸਟਰਸ ਜਾਂ ਹੋਰ ਐਮੀਨੈਂਟ ਪਰਸਨੈਲਿਟੀਜ਼ ਆ ਕੇ ਉਹਦੇ 'ਚ ਪਾਰਟਿਸਿਪੇਟ ਕਰਦੀਆਂ ਨੇ ਤੇ ਆਪਸ ਵਿੱਚ ਉਹਨਾਂ ਦੀ ਜਿਹੜੇ ਵਿਊਜ਼ ਦੇ ਵਿੱਚ ਐਕਸਚੇਂਜ ਹੁੰਦੀ ਹੈਗੀ ਆ। ਇੱਥੇ ਪਹਿਲੇ ਈਰਾਨ ਆਉਂਦਾ ਰਿਹਾ ਹੈਗਾ, ਇਸ ਵਾਰੀ ਵੀ ਜਦੋਂ ਇਹਨਾਂ ਨੇ ਹੁਣ ਰੱਖੀ ਸੀ ਪਿਛਲੇ ਕੁਝ ਦਿਨਾਂ 'ਚ ਉਹ ਜਿਹੜਾ ਡਾਇਲੋਗ ਰੱਖਿਆ ਸੀਗਾ, ਤਾਂ ਉਹ ਈਵੈਂਟ ਦੇ ਵਿੱਚ ਪਹਿਲੇ ਇਰਾਨੀਅਨ ਫੋਰਨ ਮਿਨਿਸਟਰ ਜੋ ਹੁਸੈਨ ਅਮੀਰ ਅਬਦਲ ਗਾਨੀ ਹੈਗੇ ਨੇ, ਉਹਨਾਂ ਨੇ ਪਹਿਲੇ ਆਉਣ ਤੋਂ ਕਿਹਾ ਸੀ ਕਿ ਮੈਂ ਆਊਂਗਾ ਤੇ ਇਸ ਵਿੱਚ ਆ ਕੇ ਮੈਂ ਲੈਕਚਰ ਵੀ ਕਰੂੰਗਾ। ਪਰ ਜਦੋਂ ਉਹਨਾਂ ਨੇ ਲਾਸਟ ਮੂਮੈਂਟ ਤੇ ਹੁਣ ਉਹਨਾਂ ਨੇ ਆਪਣਾ ਟੂਰ ਜਿਹੜਾ ਉਹ ਕੈਂਸਲ ਕਰਤਾ ਹੈਗਾ। ਉਹਦਾ ਰੀਜ਼ਨ ਇਹ ਦੱਸਿਆ ਗਿਆ ਕਿ ਉਸ ਜਿਹੜਾ ਰਸੀਨਾ ਡਾਇਲੌਗ ਦਾ ਜਿਹੜਾ ਪ੍ਰਮੋਸ਼ਨਲ ਵੀਡੀਓ ਹੈਗਾ, ਉਹਦੇ ਵਿੱਚ 2 ਸੈਕਿੰਡ ਦਾ ਕਲਿੱਪ ਹੈਗਾ, ਜਿਹਦੇ ਵਿੱਚ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ ਨੇ ਇਰਾਨੀਅਨ ਵੂਮਨ, ਉਹ ਆਪਣੇ ਬਾਲ ਕੱਟ ਰਹੀਆਂ ਨੇ ਪਬਲਿਕ ਦੇ ਵਿੱਚ।
ਉਸ ਨੂੰ ਵੀਡੀਓ ਨੂੰ ਲੈ ਕੇ ਆਧਾਰ ਬਣਾ ਕੇ ਇਰਾਨੀਅਨ ਫੋਰਨ ਮਿਨਿਸਟਰ ਨੇ ਆਪਣਾ ਰੋਸ ਜਤਾਇਆ ਤੇ ਉਹਨਾਂ ਨੇ ਇਸ ਈਵੈਂਟ ਵਿੱਚ ਪਾਰਟਿਸਿਪੇਟ ਕਰਨ ਤੋਂ ਨਾ ਕਰਤਾ ਹੈਗਾ। ਇਰਾਨ ਦੇ ਵਿੱਚ ਸਿੰਸ ਸੈਪਟੈਂਬਰ 2022 ਜਦ ਦਾ ਮਾਸ਼ਾ ਅਮਨੀ ਨਾਂ ਦੀ ਕੁਰਦਿਸ਼ ਯੰਗ ਜਿਹੜੀ ਵੂਮਨ ਆ 23 ਈਅਰ 올ਡ ਉਹਦੀ ਪੁਲਿਸ ਕਸਟਡੀ 'ਚ ਡੈਥ ਹੋ ਜਾਂਦੀ ਆ, ਕਿਉਂਕਿ ਉਹਨੂੰ ਉੱਥੋਂ ਦੀ ਜਿਹੜੀ ਮੋਰਲ ਪੁਲਿਸ ਹੈਗੀ ਆ, ਜਿਹਨੂੰ ਮਤਲਬ ਕਿ ਪ੍ਰੈਜ਼ੀਡੈਂਟ ਵੱਲੋਂ 2006 ਦੇ ਵਿੱਚ ਉਹਨੂੰ ਫਾਰਮ ਕੀਤਾ ਗਿਆ ਸੀ, ਇੱਕ ਮੋਰੈਲਿਟੀ ਪੁਲਿਸ ਆ ਜਿਹੜੀ ਕਿ ਉੱਥੋਂ ਦੇ ਵੂਮਨਸ ਦੀ ਡਰੈਸ ਨੂੰ ਉਹ ਕੰਟਰੋਲ ਕਰਦੀ ਆ ਕਿ ਕਿਸ ਤਰ੍ਹਾਂ ਦੀ ਡਰੈਸ ਪਾ ਕੇ ਵੂਮਨ ਜਿਹੜੀਆਂ ਇਰਾਨੀਅਨ ਵੂਮਨ ਆ ਉਹ ਪਬਲਿਕ 'ਚ ਆ ਸਕਦੀਆਂ ਨੇ। ਇਸ ਬਾਰੇ ਜਿਹੜਾ ਹੈਗਾ ਉੱਥੇ ਉਹਦੀ ਡੈਥ ਤੋਂ ਬਾਅਦ ਬੜੇ ਵੱਡੇ ਪੱਧਰ ਤੇ ਅੱਜ ਵੀ ਪ੍ਰੋਟੈਸਟ ਚੱਲ ਰਿਹਾ ਸਾਰੇ ਇਰਾਨ ਦੇ ਵਿੱਚ, ਤੇ ਉਹਦੇ ਵਿੱਚ ਮੇਰਾ ਖਿਆਲ 500 ਪਲੱਸ ਲੋਕਾਂ ਦੀ ਹੁਣ ਤੱਕ ਡੈਥ ਹੋ ਚੁੱਕੀ ਹੈਗੀ ਆ। 6 ਬੰਦਿਆਂ ਨੂੰ ਫਾਂਸੀ ਦੇ ਦਿੱਤੀ ਗਈ ਹੈਗੀ ਆ ਸਟੇਟ ਵੱਲੋਂ। ਇਸੇ ਤਰ੍ਹਾਂ ਥਾਊਜ਼ੈਂਡਸ ਆਫ ਜਿਹੜੇ ਪ੍ਰੋਟੈਸਟਰਸ ਨੇ ਉਹ ਅੰਡਰ ਅਰੈਸਟ ਨੇ। ਇਸੇ ਤਰ੍ਹਾਂ ਜਦੋਂ ਨਵੰਬਰ ਦੇ ਵਿੱਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਇੱਕ ਰੈਜ਼ੋਲੂਸ਼ਨ ਲਿਆਂਦਾ ਗਿਆ ਸੀ ਕਿ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਇੱਕ ਹਿਊਮਨ ਰਾਈਟਸ ਦੀ ਟੀਮ ਆ ਉਹ ਉੱਥੇ ਜਿਹੜੀਆਂ ਰਾਈਟਸ ਦੀਆਂ ਵਾਇਲੇਸ਼ਨਸ ਹੋ ਰਹੀਆਂ ਨੇ ਉਹਦਾ ਜਾਇਜ਼ਾ ਲੈਣ ਲਈ ਯੂਨਾਈਟਿਡ ਨੇਸ਼ਨਸ ਵੱਲੋਂ ਇੱਕ ਟੀਮ ਭੇਜਣੀ ਦੀ ਉਹਨਾਂ ਨੇ ਕਿਹਾ ਸੀ। ਉਹਦੇ ਲਈ ਦੂਸਰੇ ਦੇਸ਼ਾਂ ਨਾਲ ਯੂਨਾਈਟਿਡ ਨੇਸ਼ਨ 'ਚ ਇੱਕ ਮਤਲਬ ਕਿ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਸੀ। ਉਸ ਰੈਜ਼ੋਲੂਸ਼ਨ ਦੇ ਵਿੱਚ ਰੈਜ਼ੋਲੂਸ਼ਨ ਪਾਸ ਹੋ ਗਿਆ, ਵੈਸੇ ਉਹਦੇ ਵਿੱਚ 16 ਕੰਟਰੀਜ਼ ਨੇ ਜਿਹੜੀਆਂ ਮੈਂਬਰਸ ਨੇ ਯੂਨਾਈਟਿਡ ਨੇਸ਼ਨਸ ਦੀਆਂ, ਉਹਨਾਂ ਨੇ ਆਪਣੇ ਆਪ ਨੂੰ ਐਬਸਟੇਨ ਕਰ ਲਿਆ ਸੀਗਾ। ਉਹਨਾਂ ਵਿੱਚ ਇੰਡੀਆ ਨੇ ਵੀ ਆਪਣੇ ਆਪ ਨੂੰ ਐਬਸਟੇਨ ਕਰ ਲਿਆ ਸੀ, ਨਾ ਉਹਦੇ 'ਚ ਹਾਂ ਸੀ ਨਾ ਸੀ, ਪਰ ਉਹ ਜਿਹੜੀ ਐਬਸਟੇਨ ਹੁੰਦੀ ਹੈਗੀ ਉਹਨੂੰ ਇੱਕ ਤਰ੍ਹਾਂ ਨਾਲ ਉਸ ਰੈਜ਼ੋਲੂਸ਼ਨ ਦੇ ਵਿਰੋਧ ਵਿੱਚ ਹੀ ਦੇਖਿਆ ਜਾਂਦਾ ਹੈਗਾ ਜਿੱਥੋਂ ਤੱਕ ਵਰਲਡ ਪੋਲਿਟਿਕਸ ਕੰਸਰਨਡ ਹੈਗੀ ਆ। ਉਸ ਤੋਂ ਇੰਡੀਆ ਦੇ ਬੜੇ ਕਾਫੀ ਕੰਸਰਨਸ ਨੇ ਇਕਨੋਮਿਕ ਲੈਵਲ ਤੇ ਇਰਾਨ ਨਾਲ। ਇੰਡੀਆ ਉੱਥੋਂ ਦਾ ਤੇਲ ਵੀ ਲੈਂਦਾ ਹੈਗਾ ਤੇ ਇੰਡੀਆ ਨੇ ਇੱਕ ਪੋਰਟ ਬਣਾਈ ਹੋਈ ਆ ਸ਼ਬਾਰ ਪੋਰਟ, ਜਿਹੜੀ ਕਿ ਅਫਗਾਨਿਸਤਾਨ ਦੇ ਥੱਲੇ ਇਰਾਨ ਦੇ ਬਾਰਡਰ ਨੂੰ ਟੱਚ ਕਰਦੀ ਹੈਗੀ ਆ। ਉਹਦੇ ਰਾਹੀਂ ਇੰਡੀਆ ਉਹਨੂੰ ਇੱਕ ਟ੍ਰੇਡ ਰੂਟ ਵਜੋਂ ਵਰਤਦਾ ਹੈਗਾ। ਇਸ ਕਰਕੇ ਇੰਡੀਆ ਨੇ ਇਰਾਨ ਨਾਲ ਆਪਣੇ ਜਿਹੜੇ ਸਬੰਧ ਆ ਉਹ ਕਾਫੀ ਪ੍ਰੈਸ਼ਰਸ ਦੇ ਬਾਵਜੂਦ ਵੀ ਇਹਨਾਂ ਨੇ ਮੇਨਟੇਨ ਰੱਖਿਆ। ਪਰ ਹੁਣ ਜਦੋਂ ਥੋੜੇ ਸਮੇਂ ਤੋਂ ਇਰਾਨ ਦੀ ਚਾਈਨਾ ਨਾਲ ਨੇੜਤਾ ਵੱਧ ਰਹੀ ਆ, ਹੁਣ ਵੀ ਜਿਹੜੇ ਇਰਾਨ ਦੇ ਪ੍ਰੈਜ਼ੀਡੈਂਟ ਨੇ ਉਹ ਵੀ ਚਾਈਨਾ ਦੇ ਟੂਰ ਤੇ, ਮੇਰੇ ਖਿਆਲ ਹਜੇ ਵੀ ਚਾਈਨਾ ਦੇ ਟੂਰ ਤੇ ਨੇ ਉਹ, ਉੱਥੇ ਉਹਨਾਂ ਨੂੰ ਚਾਈਨਾ ਵੱਲੋਂ ਫੁੱਲ ਸਪੋਰਟ ਦਿੱਤੀ ਗਈ ਆ ਤੇ ਉਹਨਾਂ ਨੇ ਜਿਹੜੇ ਉੱਥੇ ਪ੍ਰੋਟੈਸਟ ਹੋ ਰਹੇ ਆ ਉਹਨਾਂ ਦੇ ਖਿਲਾਫ ਚਾਈਨਾ ਨੇ ਇਰਾਨ ਦੀ ਸਪੋਰਟ ਕੀਤੀ ਹੈਗੀ ਆ ਕਿ ਜਿਹੜਾ ਉੱਥੇ ਸਿਵਲ ਅਨਰੈਸਟ ਹੋ ਰਿਹਾ ਉਹਦੇ ਖਿਲਾਫ ਚਾਈਨਾ ਨੇ ਇਰਾਨ ਦਾ ਸਾਥ ਦਿੱਤਾ ਹੈਗਾ। ਇਰਾਨ ਦੇ ਵਿੱਚ ਜਿਹੜਾ ਲੇਡੀਜ਼ ਨੂੰ ਡਰੈਸ ਨੂੰ ਲੈ ਕੇ ਇਹ 1938 ਤੋਂ ਕਿਸੇ ਨਾ ਕਿਸੇ ਰੂਪ ਵਿੱਚ ਉੱਥੇ ਰੌਲਾ ਚੱਲਦਾ ਰਿਹਾ ਹੈਗਾ। ਉਸ ਟਾਈਮ ਤੇ 1938 ਚ ਉੱਥੇ ਕਿੰਗ ਦਾ ਰੂਲ ਸੀਗਾ ਪਹਿਲਾਵੀ ਦਾ। ਉਦੋਂ ਉਹਨਾਂ ਨੇ ਵੈਸਟਰਨ ਇਨਫਲੂਐਂਸ ਥੱਲੇ ਜਿਹੜਾ ਹਜਾਬ ਤੇ ਜਿਹੜਾ ਲੇਡੀਜ਼ ਦੇ ਵਿੱਚ ਬੁਰਕਾ ਪਾਇਆ ਜਾਂਦਾ ਉਹਦੇ ਤੇ ਪਾਬੰਦੀ ਲਾਤੀ ਸੀ, ਪਰ ਲੇਡੀਜ਼ ਨੇ ਉਹ ਜਿਹੜਾ ਉਹਨਾਂ ਦਾ ਐਡਿਕਟ ਸੀਗਾ ਉਹਨੂੰ ਮੰਨਣ ਤੋਂ ਨਾ ਕਰਤੀ ਸੀ। ਉਦੋਂ ਵੀ ਸਟਰੀਟਸ ਦੇ ਵਿੱਚ ਬੜੇ ਵੱਡੇ ਪੱਧਰ ਤੇ ਇਹਦੇ ਬਾਰੇ ਪ੍ਰੋਟੈਸਟ ਹੋਇਆ ਸੀਗਾ। ਅਲਟੀਮੇਟਲੀ ਸੈਕੰਡ ਵਰਲਡ ਵਾਰ ਤੋਂ ਬਾਅਦ ਇਰਾਨ ਦੇ ਵਿੱਚ ਕਾਫੀ ਪੱਧਰ ਤੱਕ ਡੈਮੋਕ੍ਰੇਸੀ ਆਈ ਸੀ, ਜਿਹਨੂੰ ਕਿ ਬਾਅਦ 1960s ਦੇ ਵਿੱਚ US ਦੀ CIA ਦੇ ਸਪੋਰਟ ਨਾਲ ਉੱਥੇ ਜਿਹੜਾ ਕਿੰਗ ਦਾ ਰੂਲ ਵਾਪਸ ਲਿਆਏ ਸੀ ਤੇ ਡੈਮੋਕ੍ਰੈਟਿਕ ਜਿਹੜੀ ਇਲੈਕਟਡ ਗਵਰਨਮੈਂਟ ਸੀਗੀ ਉਹਨੂੰ ਟਾਪਲ ਕਰਤਾ ਸੀਗਾ। ਉਸ ਤੋਂ ਬਾਅਦ ਜਦੋਂ ਕਿੰਗ ਦਾ ਦੁਬਾਰਾ ਕਿੰਗ ਰਜ਼ਾ ਦਾ ਆਇਆ ਹੈਗਾ ਉੱਥੇ ਸ਼ਾਹ ਦਾ ਰੂਲ, ਤਾਂ ਉਦੋਂ ਲੋਕਾਂ ਤੇ ਕਾਫੀ ਵੱਡੇ ਪੱਧਰ ਤੇ ਜ਼ੁਲਮ ਵੀ ਹੋਇਆ, ਪਰ ਉਹਨੇ ਇਰਾਨੀਅਨ ਸੋਸਾਇਟੀ ਨੂੰ ਵੈਸਟਰਨਾਈਜ਼ ਕਰਨ ਦਾ ਦੁਬਾਰਾ ਆਪਣੇ ਵੱਲੋਂ ਹੀਲਾ ਆਰੰਭਿਆ ਸੀਗਾ, ਜਿਹਦੇ ਖਿਲਾਫ ਉਦੋਂ ਵੀ ਇਰਾਨੀਅਨ ਵੂਮਨ ਨੇ ਸਟਰੀਟ ਤੇ ਬਹੁਤ ਵੱਡੇ ਲੈਵਲ ਤੇ ਪ੍ਰੋਟੈਸਟ ਕੀਤੇ ਸੀ। ਉਸ ਟਾਈਮ ਤੇ ਜੋ ਇਸਲਾਮਿਕ ਰੈਵੋਲੂਸ਼ਨ ਚੱਲ ਰਿਹਾ ਸੀਗਾ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ। ਅਲਟੀਮੇਟਲੀ 1979 ਦੇ ਵਿੱਚ ਇਰਾਨ ਦੇ ਵਿੱਚ ਕਿੰਗ ਦਾ ਰੂਲ ਖਤਮ ਹੋ ਗਿਆ, ਉਹਨੂੰ ਟਾਪਲ ਕਰ ਦਿੱਤਾ ਗਿਆ ਸੀ ਤੇ ਉੱਥੇ ਇਸਲਾਮਿਕ ਰਿਪਬਲਿਕ ਜਿਹੜੀ ਕਿ ਹੋਂਦ ਵਿੱਚ ਆ ਗਈ ਸੀ, ਜਿਹਨੂੰ ਕਿ ਆਇਤੁੱਲਾ ਖਮੇਨੀ ਨੇ ਹੈਡ ਕੀਤਾ ਸੀਗਾ। ਅੱਜ ਵੀ ਉੱਥੇ ਕਲਰਜੀ ਦਾ ਜਿਹੜਾ ਕਿ ਮੁੱਲਿਆਂ ਦਾ ਰਾਜ ਹੈਗਾ ਇਰਾਨ ਦੇ ਵਿੱਚ, ਜਿਹਦੇ ਖਿਲਾਫ ਹੁਣ ਮਾਸ਼ਾ ਅਮਨੀ ਤੋਂ ਬਾਅਦ
ਉੱਥੇ ਬਹੁਤ ਵੱਡੇ ਲੈਵਲ ਤੇ ਇਨ ਐਵਰੀ ਸਟਰੀਟ ਐਂਡ ਕਾਰਨਰ ਉੱਥੇ ਲੇਡੀਜ਼ ਨੇ ਪ੍ਰੋਟੈਸਟ ਨੂੰ ਲੀਡ ਕਰ ਰਹੀਆਂ ਨੇ ਤੇ ਥਾਂ ਥਾਂ ਤੇ ਉਹਨਾਂ ਦੇ ਸਿਕਿਉਰਿਟੀ ਜਿਹੜੇ ਉੱਥੋਂ ਦੀਆਂ ਏਜੰਸੀਜ਼ ਨੇ ਉਹਨਾਂ ਨਾਲ ਕਲੈਸ਼ ਹੋ ਰਹੇ ਨੇ ਤੇ ਬਹੁਤ ਥਾਂ ਤੇ ਲੋਕਾਂ ਦੀ ਉਸ ਪ੍ਰੋਟੈਸਟ ਦੇ ਵਿੱਚ ਸਿਕਿਉਰਿਟੀ ਏਜੰਸੀਜ਼ ਵੱਲੋਂ ਕਿਲਿੰਗਸ ਵੀ ਹੋਈਆਂ ਨੇ ਤੇ ਕਾਫੀ ਈਵਨ ਸਕੂਲ ਗਰਲਸ ਯੂਨੀਵਰਸਿਟੀ ਸਟੂਡੈਂਟਸ ਕੁੜੀਆਂ ਜਿਹੜੀਆਂ ਨੇ ਉਹ ਇਸ ਪ੍ਰੋਟੈਸਟ ਦੌਰਾਨ ਸਿਕਿਉਰਿਟੀ ਏਜੰਸੀਜ਼ ਵੱਲੋਂ ਮਾਰੀਆਂ ਗਈਆਂ ਨੇ ਤੇ ਇਹਦੇ ਬਾਰੇ ਵਰਲਡ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਇਹਦੇ ਖਿਲਾਫ ਪ੍ਰੋਟੈਸਟ ਚੱਲ ਰਿਹਾ ਹੈਗਾ ਤੇ ਕੁਝ ਵੈਸਟਰਨ ਨੇਸ਼ਨਸ ਨੇ ਹੁਣ ਸੈਂਕਸ਼ਨਸ ਇਕਨੋਮਿਕ ਸੈਂਕਸ਼ਨਸ ਵੀ ਲਾਈਆਂ ਨੇ ਇਰਾਨ ਤੇ ਪਰ ਹੁਣ ਜਿਹੜਾ ਰਸਾਇਨਾ ਡਾਇਲੌਗ ਦੇ ਨਾਲ ਇੰਡੀਆ ਦੇ ਇਰਾਨ ਨਾਲ ਉਹ ਸਬੰਧਾਂ ਦੇ ਨਜ਼ਰੀਏ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਉਂ ਇੱਕ ਛੋਟੇ ਜਿਹੇ 2 ਸੈਕਿੰਡ ਦੇ ਕਲਿੱਪ ਕਰਕੇ ਇਰਾਨ ਦੇ ਫੋਰਨ ਮਿਨਿਸਟਰ ਨੇ ਕਮਿਟਮੈਂਟ ਕਰਕੇ ਉਹ ਤੋਂ ਪਿੱਛੇ ਹਟ ਗਏ ਨੇ ਤੇ ਇੱਕ ਚਾਈਨਾ ਨਾਲ ਨੇੜਤਾ ਵਧਣ ਕਰਕੇ ਇੰਡੀਆ ਦੇ ਜਿਹੜੇ ਰਿਲੇਸ਼ਨਸ਼ਿਪ ਦੇ ਵਿੱਚ ਕੁਝ ਸਟ੍ਰੇਨਸ ਆਏ ਨੇ। ਜੀ ਸਰ, ਅੱਗੇ ਆਪਾਂ ਤੁਸੀਂ ਬਹੁਤ ਵਧੀਆ ਈਰਾਨ ਪ੍ਰੋਟੈਸਟ ਦੇ ਉੱਤੇ ਜਾਣਕਾਰੀ ਦਿੱਤੀ ਸਰ, ਉਹਦੇ ਲਈ ਧੰਨਵਾਦ। ਮੈਂ ਅਗਲੀ ਜਿਹੜੀ ਗੱਲ ਤੁਹਾਡੇ ਵੱਲ ਹੁਣ ਉਹ ਵੀ ਇੰਟਰਨੈਸ਼ਨਲ ਪੱਧਰ ਦੀ ਜ਼ਰੂਰ ਲੈ ਕੇ ਆਉਣਾ ਚਾਹੁੰਦੀ ਹਾਂ ਜੀ। ਆਪਾਂ ਦੇਖਿਆ ਇੰਗਲੈਂਡ ਦੇ ਵਿੱਚ ਵੱਡੇ ਲੀਡਰਸ ਵੱਲੋਂ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੇ ਉੱਤੋਂ ਰਿਜ਼ਾਈਨ ਕਰ ਦਿੱਤਾ ਗਿਆ। ਫਿਰ ਆਪਾਂ ਦੁਨੀਆ 'ਚ ਇਹ ਵੀ ਦੇਖਿਆ ਕਿ ਨਿਊਜ਼ੀਲੈਂਡ ਦੇ ਵਿੱਚ ਵੀ ਉੱਥੋਂ ਦੀ ਪ੍ਰਾਈਮ ਮਿਨਿਸਟਰ ਨੇ ਮਨਾ ਕਰ ਦਿੱਤਾ ਜੀ ਕਿ ਡਨ, ਆਈ ਡੋਂਟ ਹੈਵ ਮਚ ਮੋਰ ਲੈਫਟ ਇਨ ਦਾ ਟੈਂਕ। ਉਸ ਤੋਂ ਇਲਾਵਾ ਆਪਾਂ ਹੁਣ ਦੇਖਦੇ ਹਾਂ ਸਕਾਟਲੈਂਡ ਦੇ ਵਿੱਚ ਉੱਥੋਂ ਦੀ ਲੀਡਰ ਵੱਲੋਂ ਵੀ ਰਿਜ਼ਾਈਨ ਕਰ ਦਿੱਤਾ ਗਿਆ। ਇਹੀ ਗੱਲ ਕਹੀ ਗਈ ਹੈ ਕਿ ਲਾਈਕ ਉਹਨਾਂ ਨੇ ਕਾਫੀ ਸਰਵਿਸ ਜਿਹੜੀ ਦਿੱਤੀ ਹੈ। ਇੱਕ ਬਹੁਤ ਇੰਪੋਰਟੈਂਟ ਚਿਹਰਾ ਉਹ ਸਕਾਟਿਸ਼ ਇੰਡੀਪੈਂਡੈਂਸ ਮੂਵਮੈਂਟ ਦੇ ਰਹੇ ਨੇ। ਉਹਦੀ ਜਾਣਕਾਰੀ ਵੀ ਕੁਝ ਸੰਖੇਪ ਦੇ ਵਿੱਚ ਸਾਨੂੰ ਜ਼ਰੂਰ ਦਿਓ ਜੀ, ਫਿਰ ਆਪਾਂ ਪੰਜਾਬ ਦੇ ਮਸਲਿਆਂ ਤੇ ਆਉਣਾ। ਜਿਹੜੀ ਨਿਕੋਲ ਸਟਰਜਨ ਆ ਨਾ ਉੱਥੋਂ ਦੀ ਫਸਟ ਮਿਨਿਸਟਰ ਰਹੀ ਆ ਸਿੰਸ 2014। ਉਦੋਂ ਵੀ ਬੜੇ ਛੋਟੇ ਮਾਰਜਨ ਤੇ ਜਿਹੜੀ ਸਕਾਟਿਸ਼ ਲੋਕਾਂ ਨੇ ਰੈਫਰੈਂਡਮ ਦੀ ਮੰਗ ਰੱਖੀ ਸੀਗੀ ਉਹ ਸਿਰਫ 10 ਪੁਆਇੰਟਸ ਦੇ ਫਰਕ ਨਾਲ ਉਹ ਹਾਰ ਗਏ ਸੀਗੇ। ਪਰ ਜਦੋਂ ਯੂਰਪੀਅਨ ਯੂਨੀਅਨ ਦੇ ਨਾਲ ਮਸਲਾ ਦੁਬਾਰਾ ਬ੍ਰੈਗਜ਼ਿਟ ਦਾ ਆਇਆ ਸੀਗਾ ਤਾਂ ਉਦੋਂ ਸਕਾਟਲੈਂਡ ਦੇ ਵਿੱਚ ਜਿਹੜੀ ਆ ਪ੍ਰੋ ਯੂਰਪੀਅਨ ਯੂਨੀਅਨ ਵੋਟ ਜਿਹੜੀ ਸੀਗੀ ਉਹ ਜ਼ਿਆਦਾ ਵੋਟ ਪਈ ਸੀ। ਉਸ ਤੋਂ ਬਾਅਦ 2019 ਤੋਂ ਬਾਅਦ ਜਿਹੜੀ ਇਹ ਸਕਾਟਿਸ਼ ਨੈਸ਼ਨਲਿਸਟ ਪਾਰਟੀ ਹੈ 2014 ਤੋਂ ਇੱਥੇ ਰੂਲ ਕਰ ਰਹੀ ਹੈਗੀ ਆ ਤੇ ਇਹ ਪ੍ਰੋ ਇੰਡੀਪੈਂਡੈਂਸ ਗਰੁੱਪ ਆ। ਜਦੋਂ ਰੈਫਰੈਂਡਮ ਹਾਰੇ ਨੇ 2014 ਦੇ ਵਿੱਚ ਤਾਂ ਜਿਹੜਾ ਸਲਮਾਨ ਉਦੋਂ ਫਸਟ ਮਿਨਿਸਟਰ ਸੀਗੇ ਉਹਨਾਂ ਨੇ ਆਪਣੀ ਰਿਸਪੌਂਸਿਬਿਲਿਟੀ ਲੈਂਦੇ ਹੋਏ ਮੋਰਲ ਰਿਸਪੌਂਸਿਬਿਲਿਟੀ ਡਿਫੀਟ ਦੀ ਉਹਨਾਂ ਨੇ ਰਿਜ਼ਾਈਨ ਕਰਤਾ ਸੀ। ਉਸ ਤੋਂ ਬਾਅਦ ਨਿਕੋਲ ਜਿਹੜੀ ਹੈਗੀ ਆ ਇਹ ਪਾਵਰ 'ਚ ਆਈ ਸੀ ਐਜ਼ ਫਸਟ ਮਿਨਿਸਟਰ। ਉੱਥੇ ਜਿਹੜਾ ਫਸਟ ਮਿਨਿਸਟਰ ਹੁੰਦਾ ਉਹ ਜਸਟ ਲਾਈਕ ਜਿਵੇਂ ਆਪਣੇ ਇੱਥੇ ਚੀਫ ਮਿਨਿਸਟਰਸ ਨੇ ਪਰ ਉਹਨਾਂ ਨੂੰ ਕਾਫੀ ਫੈਡਰਲ ਸਟਰਕਚਰ ਦੇ ਰਾਹੀਂ ਉੱਥੋਂ ਦੇ ਜਿਹੜੇ ਰੀਜਨਸ ਨੇ ਜਿਵੇਂ ਸਕਾਟਲੈਂਡ ਆ, ਵੇਲਸ ਆ, ਨਾਰਥ ਆਇਰਲੈਂਡ ਹੈਗਾ ਤੇ ਈਵਨ ਇੰਗਲੈਂਡ ਆ, ਇੱਥੇ ਬਹੁਤ ਰਾਈਟਸ ਨੇ ਫੈਡਰਲ ਗਵਰਨਮੈਂਟ ਵੱਲੋਂ ਕਿ ਸਟੇਟ ਇੱਕ ਤਰ੍ਹਾਂ ਨਾਲ ਆਪਣੇ ਆਪ 'ਚ ਖੁਦ ਮੁਖਤਿਆਰ ਕੀਤਾ ਹੈਗਾ। ਪਰ ਹਜੇ ਵੀ ਸਕਾਟਲੈਂਡ ਦੇ ਵਿੱਚ ਜਿਹੜੀ ਪ੍ਰੋ ਇੰਡੀਪੈਂਡੈਂਸ ਸੈਂਟੀਮੈਂਟਸ ਨੇ ਉਹ ਬਹੁਤ ਹਾਵੀ ਨੇ ਤੇ ਉਹਨਾਂ ਦਾ ਇੱਕ ਜਿਹੜੀ ਨਿਕੋਲ ਸਟਰਜਨ ਸੀਗੀ ਇੱਕ ਉਹਦਾ ਇੱਕ ਪ੍ਰੋਮੀਨੈਂਟ ਚਿਹਰਾ ਸੀਗੀ। ਪਰ ਹੁਣ ਡਿਊ ਟੂ ਸਰਟਨ ਇਸ਼ੂਜ਼ ਅਦਰ ਦੈਨ ਕਿ ਜਿਹੜਾ ਉਹਨਾਂ ਨੇ ਇਸ਼ੂ ਲਿਆ ਕਿ ਹੁਣ ਮੈਂ ਆਪਣੀਆਂ ਇਨਿੰਗਸ ਤੋਂ ਰਿਟਾਇਰ ਹੋਣਾ ਚਾਹੁੰਦੀ ਹਾਂ ਪਰ ਇਹਦੇ ਪਿੱਛੇ ਕਈ ਹੋਰ ਇਸ਼ੂਜ਼ ਨੇ। ਉੱਥੇ ਟੀਚਰਸ ਤੇ ਪੇ ਸਕੇਲਸ ਦਾ ਰੌਲਾ ਚੱਲ ਰਿਹਾ ਹੈਗਾ ਤੇ ਹੋਰ ਜਿਹੜੇ ਜਨਰਲ ਪਬਲਿਕ ਹੈਗੀ ਆ ਉਹਦੇ ਵਿੱਚ ਥੋੜਾ ਅਨਰੈਸਟ ਹੈਗਾ ਤੇ ਐਂਟੀ ਗਵਰਨਮੈਂਟ ਉੱਥੇ ਸੈਂਟੀਮੈਂਟਸ ਜਿਹੜੇ ਆ ਉਹਨਾਂ ਦਾ ਆਭਾਰ ਹੋ ਰਿਹਾ ਹੈਗਾ। ਤੇ ਦੂਜੇ ਪਾਸੇ ਨਿਕੋਲ ਸਟਰਜਨ ਨੇ ਇਹ ਵੀ ਦਾਅਵਾ ਕੀਤਾ ਹੋਇਆ ਕਿ 2023 ਨਵੰਬਰ ਦੇ ਵਿੱਚ ਅਸੀਂ ਦੁਬਾਰਾ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਕਰਾਉਣਾ ਹੈਗਾ ਕਿ ਅਸੀਂ ਯੂਨਾਈਟਿਡ ਕਿੰਗਡਮ ਦਾ ਪਾਰਟ ਰਹਿਣਾ ਕਿ ਨਹੀਂ ਰਹਿਣਾ। ਪਰ ਹੁਣ ਇਹਦੇ ਜਾਣ ਨਾਲ ਉੱਥੇ ਕਾਫੀ ਤਬਦੀਲੀ ਆਉਣ ਦੀ ਸੰਭਾਵਨਾ ਹੈਗੀ ਆ ਕਿਉਂਕਿ ਜਿਹੜੇ ਦੂਸਰੇ ਚਿਹਰੇ ਇਹਨਾਂ ਦੀ ਜਗ੍ਹਾ ਤੇ ਹਜੇ ਡਿਸਾਈਡ ਨਹੀਂ ਹੋਇਆਗਾ ਪਰ ਉਹ ਇੰਨੇ ਜ਼ਿਆਦਾ ਵੇਮੈਂਟਲੀ ਪ੍ਰੋ ਇੰਡੀਪੈਂਡੈਂਸ ਨਹੀਂ ਹੈਗੇ ਜਿਸ ਤਰ੍ਹਾਂ ਕਿ ਨਿਕੋਲ ਸਟਰਜਨ ਸੀਗੀ। ਪਰ ਇਹਨਾਂ ਦੀ ਜਿਹੜੀ ਪਾਰਟੀ ਆ ਸਕਾਟਿਸ਼ ਨੈਸ਼ਨਲ ਪਾਰਟੀ ਜਿਹੜੀ ਹੈ ਨੈਸ਼ਨਲਿਸਟ ਪਾਰਟੀ ਉਹ ਉਹਨਾਂ ਦਾ ਆਪਣੇ ਵੱਲੋਂ ਸਿਧਾਂਤ ਆ ਕਿ ਅਸੀਂ ਸਕਾਟਲੈਂਡ ਨੂੰ ਜਸਟ ਲਾਈਕ ਜਿਵੇਂ 1800 ਤੋਂ ਪਹਿਲੇ ਹੁੰਦਾ ਸੀ ਅਸੀਂ ਉਸ ਤਰ੍ਹਾਂ ਦਾ ਇੰਡੀਪੈਂਡੈਂਟ ਰੀਜਨ ਬਣਾਉਣਾ ਚਾਹੁੰਦੇ ਹਾਂ ਦੇਸ਼ ਨਵਾਂ। ਜੀ ਸਰ, ਲਾਸਟ ਸੈਗਮੈਂਟ ਦੇ ਵਿੱਚ ਆਪਾਂ ਪੰਜਾਬ ਦੇ ਉੱਤੇ ਜ਼ਰੂਰ ਗੱਲ ਕਰੀਏ ਜੀ। ਪੰਜਾਬ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ
ਉਹ ਐਂਟੀ ਕਰਪਸ਼ਨ ਮੂਵਮੈਂਟ ਇੱਕ ਤਰ੍ਹਾਂ ਦੇ ਨਾਲ ਐਵੇਂ ਲੱਗਦਾ ਕਿ ਇਸ ਮੂਵਮੈਂਟ ਚੋਂ ਨਿਕਲੀ ਹੋਈ ਪਾਰਟੀ ਆਮ ਆਦਮੀ ਪਾਰਟੀ, ਜਿਹਨੇ ਪੰਜਾਬ ਨੂੰ ਜਿੱਤ ਕੇ ਇੱਕ ਆਪਣਾ ਵੱਡਾ ਆਧਾਰ ਬਣਾਇਆ ਸਰ। ਉਹ ਇੱਕ ਤਰ੍ਹਾਂ ਦੇ ਨਾਲ ਐਵੇਂ ਲੱਗਦਾ ਕਿ ਪੈਟੈਂਟ ਹੀ ਕਰਵਾ ਚੁੱਕੇ ਨੇ ਕਿ ਅਸੀਂ ਜੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜ ਰਹੇ ਹਾਂ। ਪਰ ਜਦੋਂ ਉਹਨਾਂ ਦੇ ਆਪਣੇ ਪਾਰਟੀ ਦੇ ਨਾਲ ਜੁੜੇ ਹੋਏ ਮੰਤਰੀਆਂ ਦੇ ਉੱਤੇ, ਐਮਐਲਏਆਂ ਦੇ ਉੱਤੇ ਗੱਲ ਆਉਂਦੀ ਹੈ, ਤਾਂ ਕਈ ਤਰ੍ਹਾਂ ਦੇ ਸ਼ੰਕੇ ਖੜੇ ਹੁੰਦੇ ਨੇ ਜੀ ਲੋਕਾਂ ਦੇ ਮਨਾਂ ਦੇ ਵਿੱਚ। ਹੁਣ ਰੀਸੈਂਟਲੀ ਹੀ ਬਠਿੰਡਾ ਦੇ ਵਿੱਚ ਅਮਿਤ ਰਤਨ, ਅਨਮੋਲ ਰਤਨ ਆਮ ਆਦਮੀ ਪਾਰਟੀ ਦੇ, ਉਹਨਾਂ ਦਾ ਕਥਿਤ ਤੌਰ ਤੇ ਕਿਹਾ ਜਾਂਦਾ ਸੀ ਜੀ ਕਿ ਪੀਏ ਹੈ, ਰਿਸ਼ਵਤ ਲੈਂਦਾ ਫੜਿਆ ਗਿਆ। ਉਹਦਾ ਜਿਹੜਾ ਪਾਣੀ ਵਾਲਾ ਟੈਸਟ ਵੀ ਬਹੁਤ ਵੱਡਾ ਟਰੈਪ ਵਿਜੀਲੈਂਸ ਨੇ ਲਗਾਇਆ, ਪਰ ਐਮਐਲਏ ਦਾ ਕੋਈ ਵੀ ਰੋਲ ਇਹਦੇ ਵਿੱਚ ਨਹੀਂ ਸੀ ਜੀ। ਉਹ ਜਿਹੜਾ ਪੀਏ ਦੱਸਿਆ ਜਾ ਰਿਹਾ ਸੀ, ਉਹ ਵੀ ਕਹਿਣ ਲੱਗ ਗਏ ਜੀ ਐਮਐਲਏ ਸਾਹਿਬ ਕਿ ਉਹ ਤਾਂ ਮੇਰਾ ਬੰਦਾ ਨਹੀਂ, ਸੋ ਇੱਕ ਪ੍ਰਾਈਵੇਟ ਬੰਦਾ ਸੀ ਉਹ ਕੋਈ। ਤੇ ਐਮਐਲਏ ਇਹਦੇ ਵਿੱਚੋਂ ਵਿਜੀਲੈਂਸ ਨੇ ਬਰੀ ਕਰ ਦਿੱਤੇ ਨੇ ਕਿ ਉਹਨਾਂ ਦਾ ਕੋਈ ਵੀ ਲੈਣ ਦੇਣ ਨਹੀਂ। ਸ਼ਿਕਾਇਤਕਰਤਾ ਨੇ ਐਮਐਲਏ ਦਾ ਨਾਮ ਐਫਆਈਆਰ ਦੇ ਵਿੱਚ ਲਿਆ ਆ। ਇਹਨੂੰ ਕਿਵੇਂ ਦੇਖੀਏ ਸਰ? ਮੇਰਾ ਖਿਆਲ ਨਾ, ਇੱਕ ਤਾਂ ਆਪਾਂ ਕਹਿੰਦੇ ਹੁੰਦੇ ਕਿ ਅਸੀਂ ਜੀ ਕਰਪਸ਼ਨ ਦੇ ਅਗੇਂਸਟ ਆ ਤੇ ਵੀ ਹੈਵ ਜ਼ੀਰੋ ਟੋਲਰੈਂਸ, ਜਿਹੜਾ ਕਿ ਆਮ ਆਦਮੀ ਪਾਰਟੀ ਦਾ ਸਲੋਗਨ ਰਿਹਾ ਹੈਗਾ। ਇਹ ਇਹਨਾਂ ਦਾ ਪੋਲੀਟੀਕਲ ਸਲੋਗਨ ਆ। ਅਦਰ ਦੈਨ ਦੈਟ ਇਹਨਾਂ ਦੀ ਨਾ ਤਾਂ ਇਸ ਪਾਰਟੀ ਦੀ ਕੋਈ ਆਈਡੀਓਲੋਜੀ ਆ ਕਿ ਇਹਨਾਂ ਦਾ ਅਲਟੀਮੇਟਲੀ ਇਸ ਪਾਰਟੀ ਦੇ ਕੀ ਆਦੇਸ਼ ਨੇ, ਕੀ ਇਹਦੀ ਮਤਲਬ ਕਿ ਬੇਸਿਕ ਆਈਡੀਓਲੋਜੀ ਹੈਗੀ ਆ, ਤੇ ਕਿਸ ਆਈਡੀਓਲੋਜੀ ਰਾਹੀਂ ਇਹ ਗਵਰਨੈਂਸ ਕਰਨਾ ਚਾਹੁੰਦੇ ਨੇ। ਇਹਨਾਂ ਨੇ ਆਪਣੇ ਆਪ ਨੂੰ ਜਿਹੜਾ ਇਹਨਾਂ ਦਾ ਸੁਪਰੀਮੋ ਹੈਗਾ, ਇਹਨਾਂ ਨੇ ਜਦੋਂ ਪਾਰਟੀ ਫਾਰਮ ਕੀਤੀ ਸੀ ਤਾਂ ਪੂਰਨ ਸਵਰਾਜ ਦਾ ਨਾਰਾ ਦਿੱਤਾ ਸੀ ਇਹਨਾਂ ਨੇ ਕਿ ਅਸੀਂ ਟੋਟਲ ਇੰਟਰਨਲ ਡੈਮੋਕ੍ਰੇਸੀ ਲੈ ਕੇ ਆਵਾਂਗੇ। ਉਹ ਆਪਣੇ ਸਾਰਿਆਂ ਦੇ ਸਾਹਮਣੇ ਆ ਕਿ ਇੱਥੇ ਇੱਕ ਵਨ ਮੈਨ ਪਾਰਟੀ ਹੈਗੀ ਆ ਤੇ ਉਹ ਬਾਕੀ ਸਾਰੇ ਯੈਸ ਮੈਨ ਨੇ। ਇਸ ਤੋਂ ਇਲਾਵਾ ਉਹ ਕਿਸੇ ਨੂੰ ਕੋਈ ਡਿਸੈਂਟ ਨਹੀਂ, ਸਪੇਸ ਨਹੀਂ ਦਿੰਦੇ ਆਪਣੀ ਪਾਰਟੀ। ਇਸੇ ਤਰ੍ਹਾਂ ਇਹਨਾਂ ਦਾ ਦੂਜਾ ਵੱਡਾ ਨਾਰਾ ਸੀਗਾ ਕਿ ਐਂਟੀ ਕਰਪਸ਼ਨ ਜਿਹੜਾ ਸਲੋਗਨ ਸੀਗਾ, ਉਹਦੇ ਵਿੱਚ ਇਕੱਲਾ ਐਂਟੀ ਕਰਪਸ਼ਨ ਇਹ ਨਹੀਂ ਸੀ ਕਹਿੰਦੇ, ਇਹ ਕਹਿੰਦੇ ਅਸੀਂ ਕੱਟੜ ਇਮਾਨਦਾਰ ਅਸੀਂ ਸਰਕਾਰ ਚਲਾਵਾਂਗੇ ਤੇ ਅਸੀਂ ਕੱਟੜ ਇਮਾਨਦਾਰ ਹੈਗੇ ਆ। ਪਰ ਜੇ ਆਪਾਂ ਪਿਛਲੇ 11 ਮੰਥਸ ਤੇ ਝਾਤੀ ਮਾਰੀਏ ਤਾਂ ਇਹਨਾਂ ਦੇ ਸੈਵਰਲ ਜਿਹੜੇ ਐਮਐਲਏਸ ਨੇ, ਈਵਨ ਇਹਨਾਂ ਦੇ 2 ਮਿਨਿਸਟਰਸ ਜਿਹੜੇ ਨੇ, ਉਹ ਅੰਡਰ ਕਰਪਸ਼ਨ ਦੇ ਸਕੈਨਰ ਥੱਲੇ ਆਏ ਨੇ। ਇੱਕ ਮਿਨਿਸਟਰ ਨੂੰ ਤਾਂ ਇਹਨਾਂ ਨੂੰ ਅਰੈਸਟ ਵੀ ਕਰਨਾ ਪਿਆ ਸੀ, ਜਦ ਕਿ ਉਹਦੀ ਜਿਹੜੀ ਆਡੀਓ ਕਲਿੱਪ ਆ ਉਹ ਅੱਜ ਤੱਕ ਕਿਤੇ ਵੀ ਸਾਹਮਣੇ ਨਹੀਂ ਆਈ ਪਬਲਿਕ ਦੇ। ਜਦ ਕਿ ਜਿਹੜਾ ਦੂਸਰਾ ਮਿਨਿਸਟਰ ਆ, ਉਹਦੀ ਆਡੀਓ ਕਲਿੱਪ ਵਾਇਰਲ ਹੋਈ ਸੀਗੀ। ਉਹਦੇ ਵਿੱਚ ਉਹ ਕਰਪਸ਼ਨ ਦੀ ਡੀਲਿੰਗਸ ਦੀਆਂ ਗੱਲਾਂ ਕਰ ਰਿਹਾ ਸੀ ਆਪਣੇ ਪੀਏ ਦੇ ਨਾਲ, ਪਰ ਉਹਦੇ ਤੇ ਅੱਜ ਤੱਕ ਕੋਈ ਐਕਸ਼ਨ ਨਹੀਂ ਹੋਇਆ, ਅਦਰ ਦੈਨ ਕਿ ਉਹਨੂੰ ਇੱਕ ਰੀਸ਼ਫਲ ਦੇ ਵਿੱਚ ਕੈਬਨਿਟ ਤੋਂ ਬਾਹਰ ਕੱਢ ਦਿੱਤਾ ਗਿਆ। ਇਸੇ ਤਰ੍ਹਾਂ ਇਹਨਾਂ ਦੇ ਜਿਹੜੇ ਬਾਕੀ ਵੀ ਥਾਵਾਂ ਤੇ ਕੁਝ ਮੋਰੈਲਿਟੀ ਦੇ ਇਸ਼ੂ ਜੁੜੇ ਨੇ ਇਹਨਾਂ ਦੇ ਐਮਐਲਏਸ ਦੇ ਨਾਲ, ਤੇ ਕਈ ਥਾਵਾਂ ਤੇ ਕਰਪਸ਼ਨ ਬਾਰੇ ਉਹਨਾਂ ਦੇ ਜ਼ਿਕਰ ਹੋਏ ਨੇ। ਚਾਹੇ ਮਾਈਨਿੰਗ ਦੀ ਗੱਲ ਹੈਗੀ ਆ ਪੰਜਾਬ 'ਚ, ਚਾਹੇ ਹੋਰ ਇਸ਼ੂਜ਼ ਨੇ, ਉਹਨਾਂ 'ਚ ਇਹਨਾਂ ਦੀ ਪਾਰਟੀ ਦੇ ਐਮਐਲਏਸ ਜਾਂ ਹਲਕਾ ਇੰਚਾਰਜ ਦਾ ਨਾਮ ਬਾਰ-ਬਾਰ ਉੱਭਰਿਆ ਹੈਗਾ। ਪਰ ਜਿਹੜਾ ਹੁਣ ਰੀਸੈਂਟ ਇਨਸੀਡੈਂਟ ਹੈਗਾ ਉਹ ਬਠਿੰਡਾ ਰੂਰਲ ਕੰਸਟੀਚੁਐਂਸੀ ਦਾ, ਉਹਦੇ ਵਿੱਚ ਜਿਹੜਾ ਇਹਨਾਂ ਦਾ ਅਮਿਤ ਰਤਨ ਐਮਐਲਏ ਹੈਗਾ, ਸਿਟਿੰਗ ਐਮਐਲਏ, ਉਹਦਾ ਜਿਹੜਾ ਪੋਲੀਟੀਕਲ ਕੈਰੀਅਰ ਰਿਹਾ ਹੁਣ ਤੱਕ ਉਹ ਕਰਪਸ਼ਨਾਂ ਦੇ ਘੇਰੇ 'ਚ ਰਿਹਾ ਹੈਗਾ। ਹੀ ਬਿਲੋਂਗ ਟੂ ਅ ਵੈਰੀ ਐਫੂਲੈਂਟ ਫੈਮਿਲੀ। ਇਹਦੀ ਜਿਹੜੀ ਵਾਈਫ ਆ ਉਹ ਇਸ ਟਾਈਮ ਤੇ ਆਈਪੀਐਸ ਦੇ ਵਿੱਚ ਡੀਆਈਜੀ ਆ ਕਿਤੇ ਈਸਟਰਨ ਸਾਈਡ ਆਫ ਇੰਡੀਆ ਦੇ ਵਿੱਚ। ਇਹਦੇ ਫਾਦਰ ਵੀ ਮੇਰੇ ਖਿਆਲ ਇਨਕਮ ਟੈਕਸ ਜਾਂ ਕਿਸੇ ਜੌਬ ਚੋਂ ਕਮਿਸ਼ਨਰ ਵਗੈਰਾ ਰਿਟਾਇਰ ਹੋਏ ਨੇ, ਤੇ ਆਪ ਇਹ ਇੰਜੀਨੀਅਰ ਆ ਬਾਏ ਪ੍ਰੋਫੈਸ਼ਨ। ਇਹਨਾਂ ਦਾ ਜਿਹੜਾ ਜਦੋਂ ਇਹਨਾਂ ਨੂੰ ਅਕਾਲੀ ਦਲ ਵਿੱਚੋਂ ਕੱਢਿਆ ਗਿਆ ਸੀ 2019 ਦੇ ਵਿੱਚ, ਪਹਿਲੇ ਇਹ ਕਾਂਗਰਸ ਵਿੱਚ ਹੁੰਦੇ ਸੀਗੇ, ਕਾਂਗਰਸ ਦੇ ਨਾਲ ਇਹ 27 ਤੋਂ ਬਾਅਦ 17 ਤੋਂ ਬਾਅਦ ਬਾਹਰ ਆ ਗਏ ਸੀ। ਫਿਰ ਇਹਨਾਂ ਨੇ ਅਕਾਲੀ ਦਲ ਜੁਆਇਨ ਕੀਤਾ ਹੈਗਾ, ਤੇ ਉਸ ਟਾਈਮ ਵੀ ਅਕਾਲੀ ਦਲ ਨੂੰ ਇਹਨਾਂ ਦੇ ਕਰਪਸ਼ਨ ਚਾਰਜਸ ਕਰਕੇ, ਕਿਉਂਕਿ ਇਹ ਹਲਕਾ ਇੰਚਾਰਜ ਸੀਗੇ ਉੱਥੋਂ ਬਠਿੰਡਾ ਰੂਰਲ ਦੇ, ਉਸ ਕਰਕੇ ਇਹਨਾਂ ਨੇ ਪਾਰਟੀ ਚੋਂ ਇਹਨਾਂ ਨੂੰ ਮਤਲਬ ਕਿ ਡਿਸਮਿਸ ਕਰਤਾ ਸੀਗਾ। ਉਸ ਦੇ ਬਾਅਦ ਜਿਹੜੀ ਕੱਟੜ ਇਮਾਨਦਾਰ ਸਰਕਾਰ ਹੈਗੀ ਆ, ਪਾਰਟੀ ਹੈਗੀ ਆ, ਉਹਨਾਂ ਨੇ ਇਹਨਾਂ ਨੂੰ ਟਿਕਟ ਦਿੱਤੀ, ਇੱਕ ਤਰ੍ਹਾਂ ਨਾਲ ਰਿਵਾਰਡ ਕੀਤਾ ਸੀ ਕਿ ਇਹਨਾਂ ਨੂੰ ਅਕਾਲੀ ਦਲ ਨੇ ਕਰਪਸ਼ਨ ਚਾਰਜਸ ਤੇ ਆਪਣੀ ਪਾਰਟੀ ਚੋਂ ਡਿਸਮਿਸ ਕੀਤਾ ਹੈਗਾ। ਇਹਨਾਂ ਦੇ 11 ਮਹੀਨਿਆਂ 'ਚ ਇਹਨਾਂ ਦੇ ਨਾਲ ਕਈ ਵਿਵਾਦ ਜੁੜੇ ਰਹੇ ਨੇ। ਹੁਣ ਜਿਹੜਾ ਨਵਾਂ ਵਿਵਾਦ ਆਇਆ ਹੈਗਾ ਉਹਦੇ ਵਿੱਚ ਵੀ ਕਲੀਅਰ ਕੱਟ ਜਿਹੜੀ ਐਫਆਈਆਰ ਆ, ਉਹਦੇ ਵਿੱਚ ਬਾਰ-ਬਾਰ ਜਿਹਨੇ ਐਫਆਈਆਰ ਦਰਜ ਕਰਵਾਈ ਆ, ਜਿਹਦੀ ਵਾਈਫ ਸਰਪੰਚ ਆ ਪਿੰਡ ਦੀ, ਪਰ ਉਹਦਾ ਕੰਮਕਾਰ ਸਾਰਾ ਉਹਦਾ ਹਸਬੈਂਡ ਦੇਖਦਾ ਹੈਗਾ। ਇਹ ਸਾਡੀ ਤਰਾਸਦੀ ਆ ਪੰਜਾਬ ਦੀ, ਈਵਨ ਇੰਡੀਆ ਦੇ ਤੁਸੀਂ ਇਹਨੇ ਹੋਲ ਵੀ ਦੇਖ ਲਓ
ਕਿ ਜੀ। ਲੇਡੀ ਭਾਵੇਂ ਪੋਜੀਸ਼ਨਸ ਤੇ ਚੁਣੀਆਂ ਜਾਂਦੀਆਂ ਨੇ, ਪਰ ਉਹਨਾਂ ਨੂੰ ਕਿਸੇ ਢੰਗ ਨਾਲ ਵੀ ਪਬਲਿਕ ਡੋਮੇਨ ਦੇ ਵਿੱਚ ਵਿਚਰਨ ਨਹੀਂ ਦਿੱਤਾ ਜਾਂਦਾ। ਇਸੇ ਤਰ੍ਹਾਂ ਜਿਹੜਾ ਆਹ ਇਸ਼ੂ ਹੈਗਾ ਗ੍ਰਾਂਟਸ ਦਾ ਕੋਈ ਰੌਲਾ ਸੀਗਾ, ਉਹਦੇ ਵਿੱਚ ਇਹਨਾਂ ਨੇ ਆਪਣੀ ਹਿੱਸੇਦਾਰੀ ਮੰਗੀ, ਪਰ ਉਹ ਜਦੋਂ ਉਸ ਬੰਦੇ ਨੇ ਵਿਜੀਲੈਂਸ ਨੂੰ ਅਪਰੋਚ ਕੀਤਾ, ਇਹ ਵੀ ਜਿਹੜਾ ਰਿਪੋਰਟਸ ਆ ਰਹੀਆਂ ਨੇ ਕਿ ਸ਼ਾਇਦ ਇਹ ਚੀਫ ਮਿਨਿਸਟਰ ਆਫਿਸ ਤੱਕ ਗੱਲ ਗਈ, ਤੇ ਫਿਰ ਉੱਥੋਂ ਕਲੀਅਰੈਂਸ ਮਿਲਣ ਤੋਂ ਬਾਅਦ ਇਹਨਾਂ ਨੂੰ ਟਰੈਪ ਲਾਇਆ ਗਿਆ। ਉਸ ਟਾਈਮ ਤੇ ਐਮਐਲਏ ਵੀ ਉੱਥੇ ਮੌਜੂਦ ਸੀਗਾ ਜਦੋਂ ਪੈਸਿਆਂ ਦਾ ਲੈਣ ਦੇਣ ਹੋਇਆ ਹੈਗਾ, ਕਿਉਂਕਿ ਜਿਹੜਾ ਉਹ ਸ਼ਿਕਾਇਤ ਕਰਤਾ ਹੈਗਾ ਉਹ ਕਹਿੰਦਾ ਮੈਂ ਤਾਂ ਡਾਇਰੈਕਟਲੀ ਐਮਐਲਏ ਨਾਲ ਡੀਲ ਕਰ ਰਿਹਾ ਸੀਗਾ। ਐਮਐਲਏ ਨੇ ਕਿਹਾ ਵੀ ਮੇਰੇ ਨਾਲ ਦੇ ਸਹਿਯੋਗੀ ਨੂੰ ਤੂੰ ਪੈਸੇ ਦੇ ਦੇ। ਉਹ ਜਿਹੜੀ ਪਰਸੈਂਟੇਜ ਆਫ ਸ਼ੇਅਰ ਸੀਗਾ, ਜਦੋਂ ਵਿਜੀਲੈਂਸ ਨੇ ਉਹਨਾਂ ਨੂੰ ਫੜਿਆ ਵਿਦ ਡਿਊ ਕਲੀਅਰੈਂਸ, ਪਰ ਇਹ ਵੀ ਗੱਲ ਆ ਰਹੀ ਕਿ ਲਾਸਟ ਮਿੰਟ ਤੇ ਇਹਨਾਂ ਦੇ ਜਿਹੜੇ ਦਿੱਲੀ ਜਿੱਥੇ ਇਹਨਾਂ ਦੀ ਹਾਈ ਕਮਾਂਡ ਹੈਗੀ ਆ, ਉੱਥੋਂ ਕੁਝ ਇੰਟਰਵੈਂਸ਼ਨ ਹੋਈ ਆ ਤੇ ਐਮਐਲਏ ਨੂੰ ਉਹਦੇ ਵਿੱਚੋਂ ਬਚਾ ਲਿਆ ਗਿਆ ਹੈ। ਪਰ ਹਜੇ ਵੀ ਇਹ ਇਸ਼ੂ ਜਿਹੜਾ ਹੈਗਾ ਇਹ ਪੋਲੀਟੀਕਲ ਡੋਮੇਨ ਤੇ ਹੈਗਾ, ਤੇ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਲਾ ਰਿਹਾ ਇਹਨਾਂ ਦੇ ਕੱਟੜ ਇਮਾਨਦਾਰਾਂ ਦੇ ਸਲੋਗਨ ਤੇ। ਪਰ ਲਾਸਟ ਦੇ ਵਿੱਚ ਮੈਂ ਚਾਹੁੰਦੀ ਹਾਂ ਕਿ ਆਪਾਂ ਪਾਣੀ ਦੇ ਵਿਸ਼ੇ ਨੂੰ ਜ਼ਰੂਰ ਟੱਚ ਕਰੀਏ ਜੀ। ਪੰਜਾਬ ਦੇ ਮੁੱਖ ਮੰਤਰੀ ਤੇਲੰਗਾਨਾ ਗਏ ਸੀ, ਉੱਥੋਂ ਦੀ ਵਾਟਰ ਮੈਨੇਜਮੈਂਟ ਨੂੰ ਦੇਖਣ ਦੇ ਲਈ, ਸਮਝਣ ਦੇ ਲਈ, ਔਰ ਜਦ ਕਿ ਆਪਾਂ 5 ਦਰਿਆਵਾਂ ਦੀ ਧਰਤੀ ਪੰਜਾਬ ਆ, ਚਾਹੇ ਅੱਜ ਆਪਣੇ ਕੋਲ ਜਿੰਨੇ ਵੀ ਰਹਿ ਗਏ ਨੇ, ਆਪਣੇ ਕੋਲ ਕੋਈ ਵੀ ਵਾਟਰ ਪਾਲਿਸੀ ਇੱਥੇ ਪੰਜਾਬ 'ਚ ਹੈ ਹੀ ਨਹੀਂ, ਅੱਜ ਤੱਕ ਕਦੀ ਬਣਾਈ ਹੋਈ ਨਹੀਂ ਜੀ ਆਪਾਂ। ਬਹੁਤ ਵੱਡਾ ਵਿਸ਼ਾ ਹੈ ਜੀ, ਪਰ ਮੈਂ ਚਾਹੁੰਦੀ ਹਾਂ ਕਿ ਕੁਛ ਇਹਨੂੰ ਤੁਸੀਂ ਸਮੇਟੋ, ਇਸ ਪਾਣੀਆਂ ਦੇ ਮਸਲੇ ਨੂੰ, ਇਸ ਸੰਕਟ ਨੂੰ ਕੁਛ ਲਾਈਨਾਂ ਦੇ ਵਿੱਚ ਸਰ। ਜਿਹੜਾ ਚੀਫ ਮਿਨਿਸਟਰ ਭਗਵੰਤ ਮਾਨ ਦਾ ਤੇਲੰਗਾਨਾ ਦਾ ਜਿਹੜਾ ਹੁਣ ਉਹਨਾਂ ਦਾ ਰੀਸੈਂਟ ਟੂਰ ਹੈਗਾ, ਉਹਦੇ ਬਾਰੇ ਅੱਜ ਵੀ ਪ੍ਰੋਮੀਨੈਂਟਲੀ ਨਿਊਜ਼ਪੇਪਰ 'ਚ ਆਇਆ ਹੈਗਾ, ਜਿਹੜਾ ਲੀਡਿੰਗ ਨਿਊਜ਼ਪੇਪਰ ਆ ਪੰਜਾਬ 'ਚ, ਕਿ ਜਿਹੜਾ ਇਹ ਟੂਰ ਹੈਗਾ ਹੈ ਇਹਨਾਂ ਦਾ ਪ੍ਰਾਈਵੇਟ ਟੂਰ ਸੀਗਾ। ਇਹ ਉੱਥੇ ਕੋਈ ਫੰਕਸ਼ਨ ਅਟੈਂਡ ਕਰਨਾ ਸੀਗਾ, ਪਰ ਉਹਨੂੰ ਇਹਨਾਂ ਨੇ ਇੱਕ ਆਫੀਸ਼ੀਅਲ ਟੂਰ ਦਾ ਰੰਗ ਦੇ ਕੇ ਉਹਦੇ ਰਾਹੀਂ ਇੱਕ ਚਾਰਟਰਡ ਪਲੇਨ ਦੇ ਵਿੱਚ ਇਹ ਆਪਣੇ ਹੋਰ ਆਫੀਸ਼ੀਅਲਸ ਦੇ ਨਾਲ ਉੱਥੇ ਫੰਕਸ਼ਨ ਵੀ ਅਟੈਂਡ ਕਰਨ ਗਏ ਨੇ, ਤੇ ਨਾਲ ਇਹਨਾਂ ਨੇ ਇੱਕ ਸਰਕਾਰੀ ਮਤਲਬ ਕਿ ਕੰਮ ਦੀ ਵੀ ਨਾਲ ਮੋਹਰ ਲਾਈ ਆ। ਪਰ ਜਿਹੜਾ ਇਹ ਉੱਥੇ ਮਾਡਲ ਇਰੀਗੇਸ਼ਨ ਦਾ ਦੇਖਣ ਗਏ ਜਿਹਦਾ ਦਾਵਾ ਕਰ ਰਹੇ ਆ, ਉਹ ਮਾਡਲ ਪਹਿਲੇ ਹੀ ਪੰਜਾਬ ਵਿੱਚ ਮੌਜੂਦ ਆ। ਪੰਜਾਬ ਦੀਆਂ ਪਹਿਲੇ ਵੀ ਆਫੀਸ਼ੀਅਲਸ ਦੀਆਂ ਟੀਮਸ ਇਜ਼ਰਾਈਲ ਜਾ ਕੇ ਆਈਆਂ ਨੇ, ਕਿਉਂਕਿ ਉੱਥੇ ਵੀ ਪਾਣੀ ਦੀ ਕਿੱਲਤ ਹੈਗੀ ਆ। ਇਸ ਲਈ ਘੱਟ ਪਾਣੀ ਦੇ ਹੋਣ ਦੇ ਬਾਵਜੂਦ ਵੀ ਇਜ਼ਰਾਈਲ ਦੇ ਵਿੱਚ ਬੜੀ ਸਕਸੈਸਫੁਲ ਲੈਵਲ ਤੇ ਫਾਰਮਿੰਗ ਹੋ ਰਹੀ ਹੈਗੀ ਆ। ਉਸ ਟੈਕਨੀਕ ਨੂੰ ਸਮਝਣ ਲਈ ਪੰਜਾਬ ਦੀਆਂ ਕਈ ਟੀਮਸ ਜਿਹੜੀਆਂ ਹੈਗੀਆਂ, ਈਵਨ ਡਿਊਰਿੰਗ ਦਾ ਰਜੀਮ ਆਫ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉੱਥੇ ਜਾ ਕੇ ਆਈਆਂ ਨੇ, ਤੇ ਉੱਥੋਂ ਸਟੱਡੀ ਕਰਕੇ ਜਿਹੜਾ ਉਹਨਾਂ ਦਾ ਮਾਡਲ ਆ ਉਹ ਪੰਜਾਬ ਜਾ ਕੇ ਇਨਕਾਰਪੋਰੇਟ ਵੀ ਕੀਤਾ ਹੈਗਾ। ਹੁਣ ਜਿਹੜੀ ਸੈਂਟਰਲ ਗਰਾਊਂਡ ਵਾਟਰ ਬੋਰਡ ਹੈਗਾ, ਉਹਨਾਂ ਨੇ ਆਪਣੀ ਰੀਸੈਂਟ ਰਿਪੋਰਟ ਦਿੱਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ ਕਿ ਪੰਜਾਬ ਦਾ ਜਿਹੜਾ ਪਾਣੀ ਦੀ ਸਿਚੁਏਸ਼ਨ ਹੈਗੀ ਆ, ਜੇ ਇਸੇ ਤਰ੍ਹਾਂ ਰਿਹਾ ਤਾਂ 2039 ਤੱਕ ਜਿਹੜਾ ਗਰਾਊਂਡ ਵਾਟਰ ਦਾ ਲੈਵਲ ਆ ਪੰਜਾਬ 'ਚ, ਉਹ 300 ਮੀਟਰ ਡੂੰਘਾ ਹੋ ਜਾਊਗਾ। ਹੁਣ ਜਿਹੜਾ ਪ੍ਰੈਜ਼ੈਂਟ ਲੈਵਲ ਹੈਗਾ ਗਰਾਊਂਡ ਵਾਟਰ ਦਾ, ਉਹ ਹੈਗਾ ਅਰਾਊਂਡ 100 ਮੀਟਰਸ ਟੂ 150 ਮੀਟਰਸ। ਪਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ 2039 ਤੱਕ ਜਿਹੜਾ ਲੈਵਲ ਹੈਗਾ ਗਰਾਊਂਡ ਵਾਟਰ ਦਾ, ਉਹ 300 ਮੀਟਰਸ ਤੱਕ ਚਲਿਆ ਜਾਊਗਾ, ਜਿਹਦੇ ਨਾਲ ਇਹ ਰੈਮੀਫਿਕੇਸ਼ਨਸ ਹੋਣੀਆਂ ਨੇ ਕਿ ਜਿਹੜਾ ਪਾਣੀ ਪੀਣ ਦੇ ਵੀ ਯੋਗ ਨਹੀਂ ਰਹਿਣਾ, ਤੇ ਨਾ ਉਹ ਖੇਤੀ ਲਈ ਇਰੀਗੇਸ਼ਨ ਲਈ ਵਾਇਬਲ ਰਹੂਗਾ। ਇਸ ਕਰਕੇ ਜਿਹੜਾ ਉਹਨਾਂ ਨੇ ਸੁਜੈਸਟ ਕੀਤਾ ਕਿ ਇਹਨਾਂ ਨੂੰ ਸਰਟਨ ਮੈਜਰਸ ਲੈਣੇ ਚਾਹੀਦੇ ਨੇ। ਇੱਕ ਤਾਂ ਪੰਜਾਬ ਵਿੱਚ ਵਾਟਰ ਬਾਡੀਜ਼ ਦੀ ਬਹੁਤ ਘਾਟ ਆ। ਪਹਿਲੇ ਵਾਟਰ ਬਾਡੀਜ਼ ਆਪਣੇ ਜਿਨ੍ਹਾਂ ਨੂੰ ਛੱਪੜ ਕਹਿੰਦੇ ਆ ਜਾਂ ਹੋਰ ਹੁੰਦੇ ਸੀਗੇ, ਉਹ ਕਾਫੀ ਮਕਤਾਦ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਮੌਜੂਦ ਸੀ, ਜਿਨ੍ਹਾਂ ਦੀ ਕਿ ਲੇਟਲੀ ਈਵਨ ਮੇਰੇ ਪਿੰਡ ਦਾ ਯਾਦ ਆ ਕਿ ਸਾਡੇ ਬਹੁਤ ਵੱਡਾ ਛੱਪੜ ਸੀਗਾ ਫਿਰਨੀ ਤੇ, ਉੱਥੇ ਹੁਣ ਉਹ ਛੱਪੜ ਖਤਮ ਕਰਕੇ ਉੱਥੇ ਮੰਡੀ ਬਣਾਤੀ ਗਈ ਆ। ਇਹ ਇੱਕੋ ਮੇਰੇ ਪਿੰਡ ਦੀ ਇਕੱਲੀ ਤਸਵੀਰ ਨਹੀਂ, ਇਹ ਬਹੁਤ ਪਿੰਡਾਂ ਦੀ ਪੰਜਾਬ ਦੀ ਤਸਵੀਰ ਆ। ਤੇ ਜਿਹੜੀਆਂ ਬਾਕੀ ਵਾਟਰ ਬਾਡੀਜ਼ ਨੇ ਜਿਹਦੇ ਨਾਲ ਕਨਾਲ ਇਰੀਗੇਸ਼ਨ ਹੋਣੀ ਚਾਹੀਦੀ ਸੀ, ਉਹ ਪਿਛਲੇ 56 ਈਅਰ ਤੋਂ ਜਿਹੜਾ ਵੀ ਫੰਡ ਸੈਂਟਰਲ ਗਵਰਨਮੈਂਟ ਤੋਂ ਆਉਂਦਾ ਰਿਹਾ ਤਾਂ ਕਿ ਨਹਿਰ ਜਿਹੜੀਆਂ ਕਨਾਲਸ ਨੇ, ਆਪਣੇ 8 ਮੇਜਰ ਕਨਾਲਸ ਨੇ ਪੰਜਾਬ 'ਚ, ਤੇ 3 ਰਿਵਰਸ ਨੇ, ਰਾਵੀ, ਬਿਆਸ ਤੇ ਸਤਲੁਜ। ਉਹਦੇ ਜਿਹੜੀਆਂ ਕਨਾਲ ਸਿਸਟਮ ਜਿਹੜਾ ਕਿ ਈਵਨ ਜਦੋਂ ਬ੍ਰਿਟਿਸ਼ ਰਾਜ ਸੀਗਾ
ਉਸ ਟਾਈਮ ਤੇ ਵੀ ਪੰਜਾਬ ਦਾ ਜਿਹੜਾ ਇਰੀਗੇਸ਼ਨ ਮਾਡਲ ਆ ਉਹਨੂੰ ਕਾਫੀ ਚੰਗਾ ਮੰਨਿਆ ਜਾਂਦਾ ਸੀਗਾ ਕਿ ਬਹੁਤ ਐਫੀਸ਼ੀਐਂਟ ਹੈਗਾ ਤੇ ਉਹਦੇ ਨਾਲ ਜਿਹੜੀ 70% ਪਲੱਸ ਜਿਹੜੀ ਫਾਰਮਿੰਗ ਹੁੰਦੀ ਸੀਗੀ ਉਹ ਕਨਾਲ ਇਰੀਗੇਸ਼ਨ ਰਾਹੀਂ ਹੁੰਦੀ ਸੀ। ਇਹ 1970s ਤੱਕ ਇਹ ਮਾਡਲ ਚੱਲਦਾ ਰਿਹਾ, ਪਰ ਜਿਹੜੀ ਹੁਣ ਪ੍ਰੈਜ਼ੈਂਟ ਸਿਨੈਰੀਓ ਹੈਗਾ ਕਿ ਨਾ ਤਾਂ ਪ੍ਰੋਪਰਲੀ ਯੂਟਿਲਾਈਜ਼ ਕੀਤੀਆਂ ਨੇ ਗ੍ਰਾਂਟਸ ਜਿਹੜੀਆਂ ਸੈਂਟਰ ਗਵਰਨਮੈਂਟ ਤੋਂ ਆਈਆਂ ਫॉर द ਰੀਫਰਬਿਸ਼ਿੰਗ ਆਫ ਦ ਕਨਾਲਸ, ਜਿਹੜੀਆਂ ਕਨਾਲ ਦੇ ਨਾਲ ਟ੍ਰਿਬਿਊਟਰੀਜ਼ ਨੇ ਜਿਵੇਂ ਜਿਨ੍ਹਾਂ ਨੂੰ ਸੂਏ ਕਹਿੰਦੇ ਨੇ, ਰਾਜਵਾਹੇ ਕਹਿੰਦੇ ਨੇ, ਜਾਂ ਆਪਣੇ ਖਾਲੇ ਨੇ ਜਿਨ੍ਹਾਂ ਰਾਹੀਂ ਖੇਤਾਂ ਨੂੰ ਪਾਣੀ ਲੱਗਦਾ ਸੀਗਾ, ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਦੇਖ ਰੇਖ ਨਾ ਹੋਣ ਕਰਕੇ ਉਹ ਚੀਜ਼ਾਂ ਨਾਨ ਫੰਕਸ਼ਨਲ ਹੋ ਚੁੱਕੀਆਂ ਨੇ ਤੇ ਜਿਹੜਾ ਕਨਾਲ ਇਰੀਗੇਸ਼ਨ ਰਾਹੀਂ ਫਾਰਮਿੰਗ ਸੈਕਟਰ ਨੂੰ ਪਾਣੀ ਮਿਲਦਾ ਉਹਦੀ ਮਕਦਾਦ ਘਟ ਕੇ 23 to 27% ਆ ਗਈ ਹੈ, ਜਿਹੜੀ ਕਿ ਕਿਸੇ ਟਾਈਮ ਤੇ 70% ਹੁੰਦੀ ਸੀ। ਦੂਜੇ ਪਾਸੇ ਜਿਹੜਾ ਸਾਡੀਆਂ ਮਤਲਬ ਕਿ ਜਿਹੜੀਆਂ ਰਿਵਰਸ ਨੇ ਉਹਦਾ ਵਾਟਰ ਜਿਹੜਾ ਹਰਿਆਣਾ ਤੇ ਰਾਜਸਥਾਨ ਮਤਲਬ ਕਿ ਉਸ ਦੀ ਫੁੱਲ ਯੂਟਿਲਾਈਜੇਸ਼ਨ ਕਰ ਰਹੇ ਨੇ। ਕੱਲਾ ਰਾਜਸਥਾਨ 81% ਜਿਹੜਾ ਸਾਡਾ ਕਨਾਲ ਵਾਟਰ ਆ ਉਹਨੂੰ ਫਾਰਮਿੰਗ ਲਈ ਯੂਟਿਲਾਈਜ਼ ਕਰ ਰਹੇ ਨੇ ਜਾਂ ਪੀਣ ਲਈ ਪਾਣੀ ਉਹ ਯੂਜ਼ ਕਰ ਰਹੇ ਆ। ਇਸੇ ਤਰ੍ਹਾਂ ਜਿਹੜਾ ਹਰਿਆਣਾ ਉਹ 67% ਕਰ ਰਿਹਾ ਤੇ ਜਿਹੜਾ ਪੰਜਾਬ ਭਾਵੇਂ ਕਿ ਸਾਡੀਆਂ ਇੱਥੇ ਸਾਡੀਆਂ ਨਦੀਆਂ ਨੇ ਉਸ ਦੇ ਹੋਣ ਦੇ ਦਰਿਆਵਾਂ ਦੇ ਬਾਵਜੂਦ ਜਿਹੜੀ ਸਾਡੀ ਯੂਟਿਲਾਈਜੇਸ਼ਨ ਆ ਪੰਜਾਬ 'ਚ ਬਿਕੋਜ਼ ਆਫ ਲੈਕ ਆਫ ਪ੍ਰੋਪਰ ਉਹਦੇ ਤੇ ਕੋਈ ਵਰਕ ਨਹੀਂ ਕੀਤਾ ਗਿਆ, ਨਾ ਕੋਈ ਪਾਲਿਸੀ ਇਦਾਂ ਦੀ ਫਾਰਮੂਲੇਟ ਕੀਤੀ ਗਈ ਕਿ ਜਿਹਦੇ ਰਾਹੀਂ ਜਿਹੜੀ ਕਨਾਲ ਇਰੀਗੇਸ਼ਨ ਤੇ ਡਿਪੈਂਡੈਂਸ ਵਧਾਈ ਜਾਵੇ। ਇਸ ਕਰਕੇ ਜਿਹੜਾ ਪੰਜਾਬ ਦਾ ਸ਼ੇਅਰ ਆ ਉਹ 23 to 27% ਆ ਜਿਹੜੀ ਡਿਪੈਂਡੈਂਸ ਔਨ ਕਨਾਲ ਵਾਟਰ। ਇਹਦੇ ਮਤਲਬ ਕਿ ਨਾ ਯੂਟਿਲਾਈਜੇਸ਼ਨ ਹੋਣ ਕਰਕੇ ਜਿਹੜੀ ਕਿ ਓਵਰ ਯੂਜ਼ ਹੋ ਰਿਹਾ ਹੈਗਾ ਗਰਾਊਂਡ ਵਾਟਰ ਦਾ ਫਾਰਮਿੰਗ ਦੇ ਲਈ ਤੇ ਹੋਰ ਪਰਪਸਿਸ ਦੇ ਲਈ। ਈਵਨ ਕੱਲੇ ਪੰਜਾਬ 'ਚ ਅਰਾਊਂਡ 14.5 ਲੱਖ ਜਿਹੜੇ ਟਿਊਬਲਸ ਲੱਗੇ ਹੋਏ ਆ, ਭਾਵੇਂ ਕਿ ਅਰਬਨ ਏਰੀਏ ਵਿੱਚ ਤਾਂ ਇਹ 28 ਲੱਖ ਦੇ ਕਰੀਬ ਆ ਜਿਹੜੇ ਟਿਊਬਲਸ ਲੱਗੇ ਹੋਏ ਆ ਟੂ ਪੰਪ ਆਊਟ ਦਾ ਗਰਾਊਂਡ ਵਾਟਰ। ਇੱਕ ਉਹਦੇ 'ਚ ਜਿਹੜਾ ਪਾਵਰ ਸਬਸਿਡੀ ਦਿੱਤੀ ਗਈ ਆ ਉਹਦੇ ਨਾਲ ਫਾਰਮਰਸ ਨੇ ਐਟ ਈ ਸਮਝ ਕੇ ਵੀ ਕੌਣ ਕਨਾਲ ਵਾਟਰ ਲਈ ਕੋਈ ਕਰੂਗਾ ਹਿੰਮਤ ਜਾਂ ਕੋਈ ਉਪਰਾਲਾ ਕਰੂਗਾ, ਸੋ ਦੇ ਜਸਟ ਯੂਜ਼ ਦਾ ਪਾਵਰ ਸਬਸਿਡੀ ਮੇਜਰ ਤੇ ਗਰਾਊਂਡ ਵਾਟਰ ਹੀ ਯੂਜ਼ ਕਰ ਰਹੇ ਆ, ਜਿਹਦੇ ਕਰਕੇ ਐਸ ਪਰ ਦਾ ਸੈਂਟਰਲ ਗਵਰਨਮੈਂਟ ਜਿਹੜਾ ਵਾਟਰ ਬੋਰਡ ਦੀ ਰਿਪੋਰਟ ਆ ਉਹਨਾਂ ਨੇ ਕਿਹਾ ਕਿ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ 2039 ਦੇ ਵਿੱਚ ਆਪਾਂ ਇੱਕ ਰੇਗਿਸਤਾਨ ਵੱਲ ਨੂੰ ਵੱਧ ਰਹੇ ਕਦਮ ਨੇ ਆਪਣੇ। ਥੈਂਕ ਯੂ ਜੀ ਸਰ, ਮੈਨੂੰ ਲੱਗਦਾ ਜੀ ਅੱਜ ਦੀ ਗੱਲਬਾਤ ਨੂੰ ਆਪਾਂ ਇੱਥੇ ਵਿਰਾਮ ਦਿੰਨੇ ਆ। ਸੋ ਅਗਲੇ ਹਫਤੇ ਫਿਰ ਆਪਾਂ ਇਹਨਾਂ ਮਸਲਿਆਂ ਨੂੰ ਕੰਟੀਨਿਊ ਕਰਾਂਗੇ। ਸਰ ਧੰਨਵਾਦ ਸਰ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ। ਥੈਂਕ ਯੂ ਜੀ। ਥੈਂਕ ਯੂ ਮਨਵੀਰ।